ਇਹ ਦੋ ਮੂਵੀਆਂ ਜਿਹੜੀਆਂ ਅਸੀਂ ਦੇਖੀਆਂ, ਇਹ ਜਿਹੜਾ ਇਹ ਟੈਂਪਲਸ ਦੇਖੇ ਹੈਗੇ ਅਸੀਂ, ਬੈਤ ਦਾ ਮਤਲਬ ਹੁੰਦਾ ਟੈਂਪਲ, ਫਿਰ ਉਸ ਤੋਂ ਬਾਅਦ ਜਿਹੜੇ ਵੱਖਰੇ ਵੱਖਰੇ ਨਾਮ। ਅਸੀਂ ਇਸ ਤੋਂ ਪਹਿਲਾਂ ਕਿ ਪ੍ਰਭੂ ਦੇ ਵਚਨ ਦੇ ਵਿੱਚ ਉਹਨਾਂ ਚੀਜ਼ਾਂ ਨੂੰ ਬਾਰੇ ਜਾਣੀਏ, ਆਓ ਮੇਰੇ ਨਾਲ ਪਹਿਲਾ ਫਸਟ ਕਿੰਗਸ, ਔਰ ਅਸੀਂ ਉਸ ਦੇ 10ਵੇਂ ਭਾਵ ਦੇ ਵਿੱਚ ਪਹੁੰਚ ਚੁੱਕੇ ਹਾਂ, ਔਰ ਅਸੀਂ ਇਸ ਦੀਆਂ ਪਹਿਲੀਆਂ 13 ਆਇਤਾਂ ਪੜਾਂਗੇ। मैं पढ़ दिया पास्टर जी? हाँ जी, जिसमें गो अहेड मेरा। सारिਆਂ ਨੂੰ जय मसीह दी। 513 सफा। ਸ਼ਬਾ ਦੀ ਰਾਣੀ ਦਾ ਸੁਲੇਮਾਨ ਕੋਲ ਆਉਣਾ। ਜਦੋਂ ਸ਼ਬਾ ਦੀ ਰਾਣੀ ਨੇ ਰਾਜਾ ਸੁਲੇਮਾਨ ਦੀ ਪ੍ਰਸਿੱਧੀ ਪ੍ਰਭੂ ਦੇ ਨਾਂ ਕਾਰਨ ਸੁਣੀ, ਤਾਂ ਉਹ ਕਠਨ ਪ੍ਰਸ਼ਨਾਂ ਦੇ ਦੁਆਰਾ ਉਸ ਦੀ ਪ੍ਰੀਖਿਆ ਲੈਣ ਲਈ ਆਈ। ਉਹ ਯਰੂਸ਼ਲਮ ਵਿੱਚ ਆਪਣੇ ਵੱਡੇ ਕਾਫਲੇ ਨਾਲ ਊਠਾਂ ਉੱਤੇ ਬਹੁਤ ਸਾਰਾ ਮਸਾਲਾ, ਸੋਨਾ ਅਤੇ ਬਹੁਮੁੱਲੇ ਪੱਥਰ ਲੈ ਕੇ ਆਪਣੇ ਨਾਲ ਲੈ ਕੇ ਆਈ ਸੀ। ਉਸ ਨੇ ਯਰੂਸ਼ਲਮ ਵਿੱਚ ਪਹੁੰਚ ਕੇ ਰਾਜਾ ਸੁਲੇਮਾਨ ਤੋਂ ਆਪਣੇ ਸਭ ਪ੍ਰਸ਼ਨਾਂ ਦੇ ਉੱਤਰ ਪੁੱਛੇ। ਸੁਲੇਮਾਨ ਨੇ ਉਸ ਦੇ ਸਭ ਪ੍ਰਸ਼ਨਾਂ ਦੇ ਉੱਤਰ ਠੀਕ ਠੀਕ ਦਿੱਤੇ ਅਤੇ ਉਸ ਨੂੰ ਰਾਣੀ ਦੇ ਕਿਸੇ ਪ੍ਰਸ਼ਨ ਦਾ ਉੱਤਰ ਦੇਣ ਵਿੱਚ ਕੋਈ ਕਠਿਨਾਈ ਨਾ ਹੋਈ। ਸੋ ਸ਼ਬਾ ਦੀ ਰਾਣੀ ਨੇ ਆਪ ਸੁਲੇਮਾਨ ਦੀਆਂ ਬੁੱਧ ਭਰੀਆਂ ਗੱਲਾਂ ਸੁਣੀਆਂ ਅਤੇ ਉਸ ਦਾ ਮਹਿਲ ਵੀ ਦੇਖਿਆ। ਉਸਨੇ ਸੁਲੇਮਾਨ ਦੇ ਮਹਿਲ ਵਿੱਚ ਜੋ ਕੁਝ ਹੁੰਦਾ ਸੀ ਦੇਖਿਆ, ਕਿਸ ਤਰ੍ਹਾਂ ਦਾ ਭੋਜਨ ਪਰੋਸਿਆ ਜਾ ਰਿਹਾ ਹੈ, ਮਹਿਲ ਦੇ ਨੌਕਰਾਂ ਦਾ ਪ੍ਰਬੰਧ ਕਿਸ ਤਰ੍ਹਾਂ ਦਾ ਹੈ, ਉਹ ਕਿਸ ਤਰ੍ਹਾਂ ਦੇ ਕੱਪੜੇ ਪਾਉਂਦੇ ਹਨ ਅਤੇ ਉਸ ਦੇ ਸਾਕੀਆਂ ਦਾ ਕਿਸ ਤਰ੍ਹਾਂ ਦਾ ਵਰਤਾਓ ਹੈ। ਸੁਲੇਮਾਨ ਕਿਸ ਤਰ੍ਹਾਂ ਦੀਆਂ ਬਲੀਆਂ ਮੰਦਰ ਵਿੱਚ ਚੜਾਉਂਦਾ ਹੈ, ਉਹ ਵੀ ਉਸਨੇ ਦੇਖੀਆਂ। ਇਹ ਸਭ ਦੇਖ ਕੇ ਉਹ ਹੱਕੀ ਬੱਕੀ ਰਹਿ ਗਈ। ਸ਼ਬਾ ਦੀ ਰਾਣੀ ਨੇ ਸੁਲੇਮਾਨ ਨੂੰ ਕਿਹਾ, ਜੋ ਕੁਝ ਮੈਂ ਆਪਣੇ ਦੇਸ਼ ਵਿੱਚ ਤੇਰੇ ਅਤੇ ਤੇਰੀ ਬੁੱਧੀ ਬਾਰੇ ਸੁਣਿਆ ਹੈ, ਉਹ ਸਭ ਕੁਝ ਸੱਚ ਹੈ। ਪਰ ਜਦੋਂ ਤੱਕ ਮੈਂ ਆਪ ਆ ਕੇ ਇੱਥੇ ਨਹੀਂ ਦੇਖ ਲਿਆ, ਮੈਨੂੰ ਵਿਸ਼ਵਾਸ ਨਹੀਂ ਹੋਇਆ ਸੀ। ਪਰ ਜੋ ਕੁਝ ਮੈਂ ਸੁਣਿਆ, ਉਹ ਉਸਦਾ ਜੋ ਕੁਝ ਮੈਂ ਦੇਖਿਆ ਅੱਧਾ ਵੀ ਨਹੀਂ ਸੀ। ਤੇਰੀ ਬੁੱਧ ਤੇ ਧਨ ਮਾਲ ਉਸ ਤੋਂ ਕਿਤੇ ਅਧਿਕ ਹਨ। ਤੇਰੀਆਂ ਪਤਨੀਆਂ ਭਾਗਾਂ ਵਾਲੀਆਂ ਹਨ। ਤੇਰੇ ਨੌਕਰ ਕਿੰਨੇ ਭਾਗਾਂ ਵਾਲੇ ਹਨ, ਜੋ ਹਮੇਸ਼ਾ ਤੇਰੇ ਕੋਲ ਰਹਿੰਦੇ ਅਤੇ ਤੇਰੀਆਂ ਸਮਝ ਭਰੀਆਂ ਗੱਲਾਂ ਸੁਣਦੇ ਹਨ। ਪ੍ਰਭੂ ਤੇਰਾ ਪਰਮੇਸ਼ਰ ਧਨ ਹੈ, ਜਿਸ ਨੇ ਪ੍ਰਗਟ ਕੀਤਾ ਹੈ ਕਿ ਉਹ ਤੇਰੇ ਤੋਂ ਕਿੰਨਾ ਖੁਸ਼ ਹੈ ਅਤੇ ਤੈਨੂੰ ਇਸਰਾਇਲ ਦਾ ਰਾਜਾ ਬਣਾਇਆ ਹੈ। ਉਹ ਹਮੇਸ਼ਾ ਇਸਰਾਇਲ ਨੂੰ ਪਿਆਰ ਕਰਦਾ ਹੈ, ਇਸੇ ਲਈ ਉਸਨੇ ਤੈਨੂੰ ਉਹਨਾਂ ਦਾ ਰਾਜਾ ਬਣਾਇਆ ਕਿ ਉਹ ਉਹਨਾਂ ਵਿਚਕਾਰ ਨਿਆਂ ਅਤੇ ਧਰਮ ਦਾ ਰਾਜ ਸਥਾਪਿਤ ਕਰੇ। ਤਦ ਸ਼ਬਾ ਦੀ ਰਾਣੀ ਨੇ ਰਾਜਾ ਸੁਲੇਮਾਨ ਨੂੰ ਇਹ ਸੁਗਾਤਾਂ ਦਿੱਤੀਆਂ। 4000 ਕਿਲੋ ਤੋਂ ਅਧਿਕ ਸੋਨਾ, ਬਹੁਤ ਸਾਰਾ ਮਸਾਲਾ, ਬਹੁਮੁੱਲੇ ਪੱਥਰ, ਜਿੰਨਾ ਮਸਾਲਾ ਸ਼ਬਾ ਦੀ ਰਾਣੀ ਨੇ ਸੁਲੇਮਾਨ ਨੂੰ ਸੁਗਾਤ ਦੇ ਤੌਰ ਤੇ ਦਿੱਤਾ, ਇਹ ਉਹ ਸਭ ਸੁਗਾਤਾਂ ਤੋਂ ਵੱਧ ਸੀ ਜੋ ਸੁਲੇਮਾਨ ਨੂੰ ਅੱਜ ਤੱਕ ਮਿਲੀਆਂ ਸਨ। ਹੀਰਾਮ ਦਾ ਬੇੜਾ ਵੀ ਓਫੀਰ ਤੋਂ ਬਹੁਤ ਸਾਰਾ ਸੋਨਾ, ਚੰਦਨ ਦੀ ਲੱਕੜੀ ਅਤੇ ਬਹੁਮੁੱਲੇ ਪੱਥਰ ਲਿਆਇਆ ਸੀ। ਇਸ ਚੰਦਨ ਵਰਗੀ ਬਹੁਮੁੱਲੀ ਲੱਕੜੀ ਪਹਿਲੇ ਕਦੀ ਬਾਹਰੋਂ ਇਸਰਾਇਲ ਵਿੱਚ ਨਹੀਂ ਆਈ ਸੀ ਅਤੇ ਨਾ ਹੀ ਪਿੱਛੋਂ ਆਈ। ਸੁਲੇਮਾਨ ਨੇ ਮੰਦਰ ਅਤੇ ਮਹਿਲ ਲਈ ਇਸ ਲੱਕੜੀ ਦੀਆਂ ਥੰਮੀਆਂ ਅਤੇ ਸੰਗੀਤਕਾਰਾਂ ਲਈ ਬਰਬਤਾਂ ਤੇ ਰਬਾਬ ਬਣਾਏ ਸਨ। ਰਾਜਾ ਸੁਲੇਮਾਨ ਨੇ ਸ਼ਬਾ ਦੀ ਰਾਣੀ ਨੂੰ ਜੋ ਉਸਨੇ ਸੁਲੇਮਾਨ ਤੋਂ ਮੰਗਿਆ ਦਿੱਤਾ ਅਤੇ ਉਸਨੇ ਰਾਣੀ ਨੂੰ ਬਹੁਤ ਸਾਰੀਆਂ ਰਵਾਇਤੀ ਸੁਗਾਤਾਂ ਵੀ ਦਿੱਤੀਆਂ। ਤਦ ਸ਼ਬਾ ਦੀ ਰਾਣੀ ਆਪਣੇ ਨਾਲ ਆਏ ਕਾਫਲੇ ਨਾਲ ਵਾਪਸ ਆਪਣੇ ਦੇਸ਼ ਨੂੰ ਮੁੜ ਗਈ। ਪੜ੍ਹੇ ਸੁਣੇ ਜਾਣ ਤੇ ਸਾਰਿਆਂ ਨੂੰ ਸ਼ੀਸ਼ ਬਰਕਤ ਮਿਲੇ। ਇੱਥੇ ਦੋ ਚੀਜ਼ਾਂ ਅਸੀਂ ਦੇਖਦੇ ਪਏ ਹਾਂ। ਇੱਕ ਤਾਂ ਅਸੀਂ ਦੇਖਦੇ ਪਏ ਹਾਂ ਕਿ ਸ਼ਬਾ ਦੀ ਜਿਹੜੀ ਰਾਣੀ ਆ, ਇਥੋਪੀਆ ਤੋਂ ਬੇਸਿਕਲੀ ਇਹ ਉਸ ਇਲਾਕੇ ਤੋਂ ਆਈ ਹੈ, ਔਰ ਉਸਨੇ ਆ ਕੇ ਜਿਸ ਵੇਲੇ ਪ੍ਰਭੂ ਦਾ ਇੱਕ ਨਵਾਂਪਨ ਦੇਖਿਆ, ਇੱਕ ਪ੍ਰਭੂ ਦੇ ਨਾਲ ਰਿਸ਼ਤਾ ਦੇਖਿਆ, ਔਰ ਪ੍ਰਭੂ ਦੀ ਆਵਾਜ਼ ਇਨਸਾਨ ਦੇ ਕਿੰਨੇ ਲਾਗੇ ਆ।
ਔਰ ਉਸ ਦੇ ਵਿੱਚ ਕੀ ਫਰਕ ਆ। ਜਿਸ ਲਈ ਉਹਨੇ ਉਹ ਸਾਰੀਆਂ ਚੀਜ਼ਾਂ ਨੂੰ ਦੇਖਿਆ ਤੇ ਉਹ ਉਸ ਨੂੰ ਉਹਨਾਂ ਚੀਜ਼ਾਂ ਤੋਂ ਬਹੁਤ ਬਰਕਤ ਮਿਲੀ। ਔਰ ਜਿਸ ਤਰ੍ਹਾਂ ਕਿ ਇਤਿਹਾਸਕ ਤੌਰ ਦੇ ਉੱਤੇ ਸਾਨੂੰ ਇਹ ਵੀ ਪਤਾ ਕਿ ਸ਼ਬਾ ਦੀ ਰਾਣੀ ਜਿਹੜੀ ਸੀਗੀ ਉਸਦਾ ਜਿੱਦਾਂ ਵਿਆਹ ਸੁਲੇਮਾਨ ਦੇ ਨਾਲ ਹੋ ਗਿਆ ਸੀ ਔਰ ਉਹਨਾਂ ਤੋਂ ਇੱਕ ਪੁੱਤਰ ਪੈਦਾ ਹੋਇਆ ਸੀ ਜਿਸ ਦਾ ਨਾਮ ਮੈਨੇਲੈਕ ਸੀ। ਉਸਦਾ ਮਤਲਬ ਹੈਗਾ ਸਨ ਆਫ ਅ ਵਾਈਸ ਮੈਨ, ਇੱਕ ਬੁੱਧੀਮਾਨ ਦਾ ਪੁੱਤਰ। ਔਰ ਉਸਦੀ ਮੈਨੇਲੈਕ ਦੀ ਜਿਹੜੀ ਗੱਦੀ ਸੀਗੀ ਉਹ ਮੈਨੇਲੈਕ ਦਾ ਫਰਸਟ ਜਿਹੜਾ ਲਾਸਟ ਉੱਥੇ ਕਿੰਗ ਹੋਇਆ ਉਸਦਾ ਨਾਂ ਸੀ ਮੈਨੇਲੈਕ ਦਾ ਸੈਕੰਡ। ਉਸਦੇ ਵਿੱਚ ਜਿਹੜੇ ਰਾਜੇ ਬਾਕੀ ਦੇ 3000 ਸਾਲ ਗੱਦੀ ਉਹਨਾਂ ਦੀ ਚੱਲੀ ਹੈ। ਔਰ ਉੱਥੇ ਜਿਹੜੇ ਉਸਨੇ ਜਿਹੜੇ ਪ੍ਰਭੂ ਦੇ ਲਈ ਉਸਨੇ ਪਹਿਲਾ ਮੰਦਿਰ ਜਿਹੜੇ ਬਣਾਏ, ਮੈਨੇਲੈਕ ਦੇ ਫਸਟ ਨੇ ਜਿਹੜੇ ਮੰਦਿਰ ਬਣਾਏ ਇਹ ਉਦੋਂ ਦੇ ਆ, ਇਹ ਇੱਕ ਪੱਥਰ ਨੂੰ ਥੱਲੇ ਘੜ ਕੇ ਬਣਾਏ ਗਏ। ਅਗਰ ਤੁਸੀਂ ਦੂਰੋਂ ਆਉਣੇ ਤੁਹਾਨੂੰ ਕੁਝ ਦਿਖਾਈ ਨਹੀਂ ਦਿੰਦਾ, ਸਿਰਫ ਪਹਾੜ ਦੀ ਚੋਟੀ ਦਿਖਾਈ ਦਿੰਦੀ। ਜਿਸ ਲਈ ਤੁਸੀਂ ਬਿਲਕੁਲ ਲਾਗੇ ਚਲ ਜਾਂਦੇ ਤਾਂ ਫੇਰ ਤੁਹਾਨੂੰ ਡੂੰਘਾ ਉਹ ਮੰਦਿਰ ਦਿਖਾਈ ਦਿੰਦਾ। ਔਰ ਇਸ ਤਰ੍ਹਾਂ ਦੇ ਬਹੁਤ ਸਾਰੇ ਮੰਦਿਰ ਜਿਹੜੇ ਕਿ ਟੁੱਟ ਭੱਜ ਵੀ ਚੁੱਕੇ ਆ ਔਰ ਉਹਨਾਂ ਦੀ ਆਪਸੀ ਜਿਹੜੇ ਜਿਸ ਵੇਲੇ ਸਿਵਲ ਵਾਰਸ ਵਗੈਰਾ ਹੋਈਆਂ ਉਹਨਾਂ ਦੇ ਵਿੱਚ ਵੀ ਉਹਨਾਂ ਦਾ ਨੁਕਸਾਨ ਹੋ ਗਿਆ। ਲੇਕਿਨ 8 ਤੋਂ 10 ਮੰਦਿਰ ਹਾਲੇ ਵੀ ਉੱਥੇ ਹੈਗੇ ਆ। ਔਰ ਜਿੱਥੇ ਤੁਸੀਂ ਜਿਸ ਵੇਲੇ ਖਾਸ ਕਰਕੇ ਹੁਣ ਜਿਹੜੇ ਦਿਨ ਆਉਣੇ ਆ, ਔਰ ਇਹ ਬੜੀ ਅਜੀਬ ਚੀਜ਼ ਆ ਕਿ ਉਹਨਾਂ ਨੇ ਮਸੀਹ ਦੇ ਆਉਣ ਤੱਕ ਯਹੂਦੀ ਮਤ ਨੂੰ ਅਪਣਾਇਆ ਔਰ ਪ੍ਰਭੂ ਦੀ ਪ੍ਰਸਤਿਸ਼ ਕੀਤੀ। ਔਰ ਫਿਰ ਜਿਸ ਵੇਲੇ ਕੰਦਾਕੇ ਦੀ ਜਿਹੜਾ ਰਾਣੀ ਦਾ ਖੋਜਾ ਜਿਸ ਲਈ ਆਇਆ ਔਰ ਉਹ ਪਵਿੱਤਰ ਆਤਮਾ ਪਾ ਕੇ ਗਿਆ ਔਰ ਉਸਨੇ ਜਾ ਕੇ ਉਹਨਾਂ ਨੂੰ ਦੱਸਿਆ, ਉਹਨਾਂ ਨੇ ਉਹਨਾਂ ਮੰਦਿਰਾਂ ਨੂੰ ਚਰਚਾਂ ਦੇ ਵਿੱਚ ਬਦਲ ਦਿੱਤਾ। ਔਰ ਉਹ ਇੱਕ ਐਸੇ ਮੰਦਿਰ ਹੈ ਜਿੱਥੇ 2 ਟ੍ਰੈਡੀਸ਼ਨ ਰੱਖੇ ਜਾਂਦੇ ਆ, ਜਿੱਥੇ ਪੁਰਾਣੇ ਨਿਯਮ ਦਾ ਵੀ ਟ੍ਰੈਡੀਸ਼ਨ ਰੱਖਿਆ ਜਾਂਦਾ ਔਰ ਨਵੇਂ ਨਿਯਮ ਦਾ ਵੀ ਟ੍ਰੈਡੀਸ਼ਨ ਰੱਖਿਆ ਜਾਂਦਾ, ਦੋਨਾਂ ਨੂੰ ਇਕੱਠਿਆ ਰੱਖਿਆ ਜਾਂਦਾ। ਔਰ ਇਹ ਬੜੀ ਅਜੀਬ ਚੀਜ਼ ਆ ਜਿਸ ਲਈ ਉਹ ਦੇਖਿਆ ਜਾਂਦਾ ਕਿਉਂਕਿ ਬਹੁਤ ਸਾਰੇ ਲੋਕਾਂ ਨੇ ਆਰਕੀਓਲੋਜੀ ਨੇ ਕਿਹਾ ਕਿ ਨਹੀਂ ਇਹ ਹੁਣੇ ਬਣਾਏ ਗਏ ਸੀਗੇ ਇਹ ਏਦਾਂ। ਲੇਕਿਨ ਜਿੱਦਾਂ ਹੁਣ ਹੋਰ ਲੱਭ ਰਹੇ ਆ, ਹੋਰ ਚੀਜ਼ਾਂ ਉੱਥੋਂ ਲੱਭ ਰਹੀਆਂ, ਉੱਥੋਂ ਪਤਾ ਲੱਗਦਾ ਕਿ ਨਹੀਂ ਇਹ ਸੁਲੇਮਾਨ ਦੇ ਸਮੇਂ ਦੇ ਬਣਿਓ ਔਰ ਬੇਸਿਕਲੀ ਮਸੀਹ ਦੇ ਆਉਣ ਤੋਂ 1200 ਸਾਲ ਪਹਿਲਾਂ ਦੀਆਂ ਗੱਲਾਂ ਅਸੀਂ ਕਰਦੇ ਪਏ ਹਾਂ। ਔਰ ਅੱਜ ਮਸੀਹ ਨੂੰ ਆਏ ਨੂੰ ਅਸੀਂ ਵਚਨ ਚ ਦੇਖੀਏ ਜਿਹੜੇ ਸਾਲ ਚ ਅਸੀਂ ਜਾ ਰਹੇ ਹਾਂ 2021 ਇੰਨੇ ਸਾਲ ਹੋ ਗਏ। ਸੋ ਉਹ 3200 ਸਾਲ ਤੋਂ ਉੱਥੇ ਹੀ ਹੈ ਸਾਰਾ ਕੁਝ। ਔਰ ਇਹ ਪ੍ਰਭੂ ਦੀ ਬੜੀ ਬਰਕਤ ਆ ਕਿ ਉੱਥੇ ਇੰਨਾ ਚਿਰ ਤੋਂ ਪ੍ਰਭੂ ਦਾ ਨਾਮ ਲਿਆ ਜਾ ਰਿਹਾ। ਸਭ ਤੋਂ ਵੱਡਾ ਜਿਹੜਾ ਉਹ ਗਿਫਟ ਲੈ ਕੇ ਗਈ ਆ, ਪ੍ਰਭੂ ਦਾ ਵਚਨ ਲੈ ਕੇ ਗਈ ਆ ਆਪਣੇ ਨਾਲ। ਔਰ ਇਹ ਸੁਲੇਮਾਨ ਦੇ ਇਤਿਹਾਸ ਨੂੰ ਇੱਕ ਤਰ੍ਹਾਂ ਦਾ 4 ਚੰਦ ਲਾਉਂਦੀ ਹੈ ਕਿ ਪ੍ਰਭੂ ਨੇ ਆਪਣੀ ਬਰਕਤ ਕਿੱਥੇ ਤੱਕ ਫੈਲਾਈ। ਦੂਸਰਾ ਅਸੀਂ ਦੇਖਦੇ ਪਏ ਹਾਂ ਕਿ ਅਚਾਨਕ ਰਸਤੇ ਦੇ ਵਿੱਚ ਉਹ ਖੜ ਗਏ। ਉਹਨਾਂ ਨੇ ਸਾਨੂੰ 2 ਆਇਤਾਂ ਦਿੱਤੀਆਂ ਕਿ ਹਰਾਮ ਦਾ ਬੇੜਾ ਵੀ ਅਫੀਰ ਤੋਂ ਬਹੁਤ ਸਾਰਾ ਸੋਨਾ, ਚੰਦਨ ਦੀ ਲੱਕੜੀ ਅਤੇ ਬਹੁਮੁੱਲੇ ਪੱਥਰ ਲਿਆਇਆ ਸੀ। ਇਸ ਚੰਦਨ ਵਰਗੀ ਬਹੁਮੁੱਲੀ ਲੱਕੜੀ ਪਹਿਲੇ ਕਦੀ ਬਾਹਰੋਂ ਇਜ਼ਰਾਈਲ ਦੇ ਵਿੱਚ ਨਹੀਂ ਆਈ ਸੀ ਅਤੇ ਨਾ ਹੀ ਪਿੱਛੋਂ ਆਈ। ਬੇਸਿਕਲੀ ਉਸ ਸਮੇਂ ਜਿਹੜਾ ਚੰਦਨ ਦੀ ਜਿਹੜੀ ਲੱਕੜੀ ਸੀ ਉਹ ਹਿੰਦੁਸਤਾਨ ਦੇ ਵਿੱਚ ਉਗਾਈ ਜਾਂਦੀ ਸੀ। ਔਰ ਇੱਥੇ ਅਸੀਂ ਇਹ ਦੇਖਦੇ ਪਏ ਹਾਂ ਕਿ ਕਿੰਨੀਆਂ ਜਗ੍ਹਾਵਾਂ ਤੋਂ ਉਸ ਨੂੰ ਸੁਗਾਤਾਂ ਆ ਰਹੀਆਂ, ਉਸ ਮੰਦਿਰ ਦੇ ਲਈ ਸੁਗਾਤਾਂ ਆ ਰਹੀਆਂ। ਔਰ ਉਸਦੇ ਨਾਲ ਉਸਨੇ ਮੰਦਿਰ ਦੇ ਵਿੱਚ ਥੰਮ ਬਣਾਏ ਕਿ ਜਿਸ ਲਈ ਕੋਈ ਚੰਦਨ ਦੀ ਲੱਕੜੀ ਦੀ ਮਹਿਕ ਬਹੁਤ ਹੁੰਦੀ ਹੈ, ਬਹੁਤ ਸੋਹਣੀ ਮਹਿਕ ਆਉਂਦੀ ਉੱਤੋਂ, ਜਿਸ ਲਈ ਉਹ ਅੰਦਰ ਜਾਂਦੇ ਸੀ ਤੇ ਅੰਦਰ ਮਹਿਕ ਦੇ ਨਾਲ ਭਰਿਆ ਪਿਆ ਹੁੰਦਾ ਸੀ। ਬੜਾ ਬਲੈਸਿੰਗ। ਔਰ
ਹੁਣ ਅਸੀਂ ਇਹ ਚੀਜ਼ ਦੇਖਣੀ, ਉਸ ਤੋਂ ਬਾਅਦ ਸਾਨੂੰ ਇਹ ਪ੍ਰਭੂ ਦਾ ਵਚਨ ਦੱਸਦਾ ਕਿ ਉਹਦਾ ਧਨ ਮਾਲ ਦੀ ਗਿਣਤੀ ਕਿੰਨੀ ਸੀ, ਕੀ ਸੀ ਉਹਦੇ ਕੋਲ। ਉਹ ਤਾਂ ਸਾਨੂੰ ਪਤਾ ਕਿ ਪ੍ਰਭੂ ਨੇ ਉਸਨੂੰ ਬਹੁਤ ਕੁਝ ਦਿੱਤਾ। ਲੇਕਿਨ ਅਸੀਂ ਹੁਣ ਉਸ ਸਟੈਪ ਦੇ ਵਿੱਚ ਆ ਗਏ ਹਾਂ ਕਿ ਜਿਸਲੇ ਸੋਲੋਮਨ ਨੇ ਪ੍ਰਭੂ ਦੀ ਬੁੱਧੀ ਨੂੰ ਛੱਡ ਕੇ ਆਪਣੀ ਬੁੱਧੀ ਇਸਤੇਮਾਲ ਕਰਨੀ ਸ਼ੁਰੂ ਕਰ ਦਿੱਤੀ। ਔਰ ਮੂਵੀ ਦੇ ਵਿੱਚ ਬਿਲਕੁਲ ਸਹੀ ਚੀਜ਼ ਦਿਖਾਈ ਗਈ ਆ ਕਿ ਜਿਸ ਵੇਲੇ ਉਹ ਰਾਣੀ ਬਾਹਰ ਉਹਦੇ ਨਾਲ ਜਾ ਰਹੀ ਆ, ਜਰੂਸਲਮ ਨੂੰ ਘੁੰਮਣ ਜਾ ਰਹੀ ਆ, ਤੇ ਜਿੱਦਾਂ ਉਹ ਜਰੂਸਲਮ ਦੇ ਗੇਟ ਤੋਂ ਬਾਹਰ ਗਿਆ ਤੇ ਉੱਥੇ ਬਹੁਤ ਸਾਰੀਆਂ ਮੂਰਤੀਆਂ ਤੇ ਉੱਥੇ ਬਹੁਤ ਸਾਰੇ ਦੂਸਰੇ ਦੇਵਤਿਆਂ ਦੇ ਮੰਦਿਰ ਬਣੇ ਹੋ। ਤੇ ਉਹ ਸੋਲੋਮਨ ਨੂੰ ਪੁੱਛਦੇ ਆ ਕਿ ਤੁਸੀਂ ਤਾਂ ਸਿਰਫ ਇੱਕ ਪ੍ਰਭੂ ਨੂੰ ਮੰਨਦੇ ਆ, ਇਹ ਤੁਸੀਂ ਤੇ ਇਸ ਚੀਜ਼ ਨੂੰ ਮੰਨਦੇ ਨਹੀਂ? ਤੇ ਉਸਨੇ ਕਿਹਾ ਕਿ ਨਹੀਂ, ਅਸੀਂ ਬਿਜ਼ਨਸਮੈਨ, ਇਹ ਬਿਜ਼ਨਸ। ਉਹ ਇੱਥੇ ਆਉਂਦੇ ਆ ਤੇ ਉਹ ਇਦਾਂ ਦੀਆਂ ਚੀਜ਼ ਆਪਣੀਆਂ ਮੰਦਿਰ ਬਣਾਉਣਾ ਮੰਗਦੇ ਆ, ਸੋ ਅਸੀਂ ਇਜਾਜ਼ਤ ਦਿੰਦੇ। ਪਰ ਉਸਨੇ ਕਿਹਾ ਦਿਸ ਇਜ਼ ਰੋਂਗ, ਇਹ ਗਲਤ ਆ ਜੋ ਤੂੰ ਕਰ ਰਿਹਾ। ਲੇਕਿਨ ਉਸਨੇ ਉਸਦੀ ਗੱਲ ਦੀ ਕੋਈ ਪਰਵਾਹ ਨਹੀਂ ਕੀਤੀ। ਸੁਲੇਮਾਨ ਨੇ ਪ੍ਰਭੂ ਦੀ ਬੁੱਧੀ ਨੂੰ ਛੱਡ ਕੇ ਆਪਣੀ ਬੁੱਧੀ ਇਸਤੇਮਾਲ ਕਰਨੀ ਸ਼ੁਰੂ ਕਰ ਦਿੱਤੀ। ਸਭ ਤੋਂ ਪਹਿਲੀ ਜਿਹੜੀ ਗਲਤੀ ਸੁਲੇਮਾਨ ਨੇ ਕੀਤੀ, ਉਹ 9ਵੇਂ ਭਾਗ ਦੀਆਂ 10 ਤੋਂ ਲੈ ਕੇ 14 ਆਇਤ ਤੱਕ। ਇੱਕ ਵਾਰੀ ਅਸੀਂ ਉਸ ਹਿੱਸੇ ਨੂੰ ਦੁਬਾਰਾ ਪੜਾਂਗੇ, ਜਿਸ ਨੂੰ ਮਿਲ ਜਾਏ ਪਲੀਜ਼ ਉਸ ਨੂੰ ਪੜ੍ਹ ਦੇ। ਮੈਂ ਪੜ੍ਹ ਦਿੰਦਾ ਪਾਸਟਰ ਜੀ। ਇਹ 512 ਪੰਨਾ ਆ। ਸੁਲੇਮਾਨ ਦੇ ਹੀਰਾਮ ਨਾਲ ਸੰਬੰਧ। ਮੰਦਰ ਤੇ ਮਹਿਲ ਬਣਾਉਣ ਵਿੱਚ ਸੁਲੇਮਾਨ ਨੂੰ 20 ਸਾਲ ਲੱਗੇ। ਸੂਰ ਦੇ ਰਾਜਾ ਨੇ ਇਸ ਕੰਮ ਦੇ ਲਈ ਜਿਨ੍ਹਾਂ ਨੂੰ ਸੁਲੇਮਾਨ ਨੇ ਚਾਹਿਆ ਦਿਆਰ, ਚੀਲ ਅਤੇ ਸੋਨਾ ਦਿੱਤਾ। ਬਦਲੇ ਵਿੱਚ ਸੁਲੇਮਾਨ ਨੇ ਉਸ ਨੂੰ ਗਲੀਲ ਦੇ 20 ਨਗਰ ਦਿੱਤੇ। ਪਰ ਹੀਰਾਮ ਜਦੋਂ ਉਹਨਾਂ ਨਗਰਾਂ ਨੂੰ ਦੇਖਣ ਗਿਆ ਤਾਂ ਉਹ ਉਸ ਨੂੰ ਚੰਗੇ ਨਾ ਲੱਗੇ। ਸੋ ਹੀਰਾਮ ਨੇ ਸੁਲੇਮਾਨ ਨੂੰ ਕਿਹਾ, ਭਰਾ, ਤੂੰ ਆਪ ਆਪਣੇ ਦਿੱਤੇ ਨਗਰਾਂ ਨੂੰ ਦੇਖ ਕਿ ਇਹ ਕਿਸ ਤਰ੍ਹਾਂ ਦੇ ਹਨ। ਇਸੇ ਕਾਰਨ ਉਹ ਨਗਰਾਂ ਦਾ ਅੱਜ ਤੱਕ ਨਾਂ ਕਬੂਲ ਪੈ ਗਿਆ ਹੈ। ਹੀਰਾਮ ਨੇ ਸੁਲੇਮਾਨ ਕੋਲ 4000 ਕਿਲੋ ਤੋਂ ਵੱਧ ਸੋਨਾ ਘੱਲਿਆ ਸੀ। ਸੋ ਉਹਨਾਂ ਦਾ ਨਾਂ ਨਾ ਕਬੂਲ ਪੈ ਗਿਆ। ਸਭ ਤੋਂ ਪਹਿਲਾਂ ਸੁਲੇਮਾਨ ਨੂੰ ਕੋਈ ਹੱਕ ਨਹੀਂ ਸੀ ਕਿ ਉਹ ਵਾਅਦੇ ਦੀ ਧਰਤੀ ਦੇ ਵਿੱਚੋਂ ਕੋਈ ਵੀ ਹਿੱਸਾ ਕਿਸੇ ਰਾਜੇ ਨੂੰ ਦਿੰਦਾ। ਇਹ ਜਿਹੜਾ ਗਲੀਲ ਦਾ ਹਿੱਸਾ ਆ, ਇਹਦਾ ਵਾਅਦਾ ਪ੍ਰਭੂ ਨੇ ਅਬਰਾਹਮ ਦੇ ਨਾਲ ਕੀਤਾ ਹੈ ਕਿ ਮੈਂ ਤੇਰੀ ਔਰ ਤੇਰੀ ਸੰਤਾਨ ਨੂੰ ਇਹ ਧਰਤੀ ਦਊਂਗਾ। ਇਹ ਵਿਰਸਾ ਆ ਉਹਨਾਂ ਦਾ। ਸੋ ਕਿਉਂਕਿ ਅਸੀਂ ਇੱਥੇ ਹੀਰਾਮ ਦਾ ਰਾਜਾ ਜਿਹੜਾ ਉਹ ਬੇੜੇ ਦੇ ਵਿੱਚ ਚੀਜ਼ਾਂ ਲਿਆ ਰਿਹਾ, ਸੁਲੇਮਾਨ ਨੂੰ ਦੇ ਰਿਹਾ। ਸੁਲੇਮਾਨ ਦਾ ਹੁਣ ਜਿਹੜਾ ਦਿਮਾਗ ਆ ਉਹ ਬਿਜ਼ਨਸ ਮਾਈਂਡਡ ਹੋ ਗਿਆ। ਹੁਣ ਉਸਨੇ ਆਪਣੀ ਬੁੱਧੀ ਤੋਂ ਕੰਮ ਲੈਣਾ ਸ਼ੁਰੂ ਕਰ ਦਿੱਤਾ। ਉਸਨੇ ਪ੍ਰਭੂ ਦੀ ਬੁੱਧੀ ਨੂੰ ਪਿੱਛੇ ਛੱਡਣਾ ਸ਼ੁਰੂ ਕਰ ਦਿੱਤਾ। ਉਸਨੇ ਬਹੁਤ ਸਾਰੀਆਂ ਔਰਤਾਂ ਦੇ ਨਾਲ ਵਿਆਹ ਕਰਾਉਣੇ, ਇੱਕ ਰਾਜਕੁਮਾਰੀਆਂ ਦੇ ਨਾਲ ਵਿਆਹ ਕਰਾਉਣੇ ਸ਼ੁਰੂ ਕਰ ਦਿੱਤੇ, ਦੂਸਰੇ ਦੇਸ਼ ਦੀਆਂ ਦੇ, ਦੂਸਰੇ ਧਰਮ ਦੀਆਂ ਦੇ ਨਾਲ। ਔਰ ਉਸ ਦੇ ਨਾਲ ਉਹਨਾਂ ਨੂੰ ਸੰਧੀ ਕਰਨੀ ਪਈ। ਸੰਧੀ ਕਰਕੇ ਤਾਂ ਵਿਆਹ ਕਰਾਉਂਦਾ ਸੀਗਾ, ਬਿਜ਼ਨਸ ਵਧਾਉਂਦਾ ਪਿਆ ਸੀਗਾ। ਉਸਨੂੰ ਇਸ ਚੀਜ਼ ਦਾ ਪਤਾ ਹੀ ਨਹੀਂ ਸੀਗਾ ਕਿ ਪ੍ਰਭੂ ਨੇ ਤਾਂ ਇਹ ਸਾਰਾ ਕੁਝ ਉਹਨੂੰ ਉਦਾਂ ਹੀ ਦੇ ਦਿੱਤਾ। ਲੇਕਿਨ ਉਹ ਹੁਣ ਉਸਨੇ ਆਪਣੀ ਬੁੱਧ। ਸੋ ਸਭ ਤੋਂ ਪਹਿਲੀ ਜਿਹੜੀ ਗਲਤੀ ਉਸਦੀ ਇਹ ਆ ਕਿ ਜਿਹੜਾ ਉਸਨੇ ਗਲੀਲ ਦਾ ਇਲਾਕਾ ਹੀਰਾਮ ਨੂੰ ਦਿੱਤਾ, ਉਸਦਾ ਕੋਈ ਹੱਕ ਨਹੀਂ ਸੀ, ਕੋਈ ਹੱਕ ਨਹੀਂ ਸੀ। ਇਹ ਇਸ ਤਰ੍ਹਾਂ ਆ ਕਿ ਜਿਸ ਤਰ੍ਹਾਂ ਸਾਡਾ ਮਸੀਹੀ ਘਰ ਦੇ ਵਿੱਚ ਇੱਕ ਬੱਚਾ ਪੈਦਾ ਹੋਇਆ ਹੋਵੇ ਤਾਂ ਅਸੀਂ ਉਸ ਨੂੰ ਕਿਸੇ ਦੂਸਰੇ ਧਰਮ ਵਾਲੇ ਨੂੰ ਦੇ ਦਈਏ ਕਿ ਲੈ ਤੂੰ ਇਹਨੂੰ ਲੈ ਲਾ ਤੇ ਤੂੰ ਇਹਨੂੰ ਪਾਲ ਲਾ। ਔਰ ਇਸ ਚੀਜ਼ ਦਾ ਸਾਨੂੰ ਕੋਈ ਡਰ ਨਾ ਹੋਵੇ ਕਿ ਇਹ ਪ੍ਰਭੂ ਦਾ ਵਿਰਸਾ ਆ, ਇਹ ਪ੍ਰਭੂ ਦਾ ਇਨਾਮ। ਇਸ ਨੂੰ ਮੈਂ ਪ੍ਰਭੂ ਦੇ ਲਈ ਪਾਲਣਾ ਆ। ਇਸ ਚੀਜ਼ ਦਾ ਸਾਨੂੰ ਕੋਈ ਡਰ ਨਾ ਹੋਵੇ। ਹੀਰਾਮ ਦਾ ਰਾਜਾ ਕਿਹੜਾ ਪ੍ਰਭੂ ਦੀ ਪ੍ਰਸਤਿਸ਼ ਕਰਦਾ ਸੀਗਾ, ਉਹ ਬੁੱਤ ਪ੍ਰਸਤ ਸੀਗਾ। ਉਸਨੇ ਗਲੀਲੀਆਂ ਤੋਂ ਬੁੱਤ ਪ੍ਰਸਤੀ ਕਰਾਉਣੀ ਸੀ, ਔਰ ਪ੍ਰਭੂ ਨੇ ਉਹਨਾਂ ਨੂੰ ਬਚਾ ਲਿਆ। ਪ੍ਰਭੂ ਨੇ ਉਹਨਾਂ ਨੂੰ ਬਚਾ ਲਿਆ। ਔਰ ਮਸੀਹ ਨੇ ਆ ਕੇ, ਜਿਸ ਤਰ੍ਹਾਂ ਕੱਲ ਅਸੀਂ ਦੇਖਿਆ ਸੀ, ਉਹੀ ਗਲੀਲ ਦਾ ਇਲਾਕਾ
ਉਹੀ 20 ਪਿੰਡ ਚੁਣੇ ਜਿੱਥੇ ਪ੍ਰਭੂ ਨੇ ਆਪਣੇ ਸਾਰੇ ਵੱਡੇ ਵੱਡੇ ਮਿਰਾਕਲ ਕੀਤੇ, ਵੱਡੇ ਵੱਡੇ ਮਿਰਾਕਲ ਕੀਤੇ। ਉਸੇ ਹੀ ਗਲੀਲ ਦੀ ਝੀਲ ਦੇ ਉੱਤੇ ਪ੍ਰਭੂ ਤੁਰ ਕੇ ਗਏ, ਪਾਣੀ ਦੇ ਉੱਤੇ ਤੁਰ ਕੇ ਗਏ। ਪ੍ਰਭੂ ਯਿਸੂ ਨੇ ਜੋ ਬਰਕਤ ਉਸ ਗਲੀਲ ਨੂੰ ਦਿੱਤੀ, ਜਿਸ ਦਾ ਨਾਂ ਨਾ ਕਬੂਲ ਪੈ ਗਿਆ ਸੀਗਾ, ਪ੍ਰਭੂ ਨੇ ਉਸ ਨੂੰ ਕਬੂਲ ਕੀਤਾ ਔਰ ਪ੍ਰਭੂ ਨੇ ਉਸ ਨੂੰ ਬਰਕਤ ਦਿੱਤੀ। ਹੁਣ ਅਸੀਂ ਇੱਥੇ ਗਾਂ ਜਾ ਕੇ ਸਿਰਫ ਇਹੋ ਚੀਜ਼ਾਂ ਆਉਂਦੀਆਂ ਕਿ ਉਹਦੇ ਕੋਲ ਕਿੰਨਾ ਧਨ ਸੀ, ਕਿੰਨੇ ਉਹਦੇ ਕੋਲ ਬਾਂਦਰ ਸੀ ਤੇ ਕਿੰਨੀਆਂ ਹੋਰ ਚੀਜ਼ਾਂ ਸੀ, ਇਹ ਸਾਰੀਆਂ ਆਉਂਦੀਆਂ। ਅਸੀਂ 11ਵੇਂ ਪਾਪ ਦੇ ਵਿੱਚ ਹੁਣ ਅਸੀਂ ਆ ਗਏ, 11ਵੇਂ ਪਾਪ ਦੇ ਵਿੱਚ ਅਸੀਂ ਆ ਗਏ ਹਾਂ। ਔਰ 11ਵੇਂ ਪਾਪ ਦੇ ਵਿੱਚ ਅਸੀਂ ਪਹਿਲੀਆਂ 13 ਆਇਤਾਂ ਦੇਖਾਂਗੇ। ਮੈਂ ਪੜ੍ਹਦੀ ਨਹੀਂ ਪਾਸਟਰ ਜੀ। ਗੋ ਅਹੈਡ ਮੇਰੀ ਭੈਣ। ਸੁਲੇਮਾਨ ਦਾ ਪਰਮੇਸ਼ਰ ਵੱਲੋਂ ਮੁੜਨਾ। ਰਾਜਾ ਸੁਲੇਮਾਨ ਬਹੁਤ ਸਾਰੀਆਂ ਪਰਾਈਆਂ ਜਾਤਾਂ ਦੀਆਂ ਔਰਤਾਂ ਨਾਲ ਪਿਆਰ ਕਰਨ ਲੱਗਾ। ਉਸਨੇ ਮਿਸਰ ਦੇ ਰਾਜਾ ਫਰਿਊਨ ਦੀ ਧੀ ਤੋਂ ਇਲਾਵਾ ਮੁਆਬੀ, ਅਮੋਨੀ, ਅਦੋਮੀ, ਸਿਦੋਨੀ ਅਤੇ ਹਿੱਤਾਈ ਔਰਤਾਂ ਨਾਲ ਵਿਆਹ ਕੀਤਾ। ਪਰ ਪ੍ਰਭੂ ਨੇ ਇਜ਼ਰਾਈਲੀਆਂ ਨੂੰ ਆਗਿਆ ਦਿੱਤੀ ਸੀ ਕਿ ਉਹ ਇਹਨਾਂ ਪਰਾਈਆਂ ਕੌਮਾਂ ਨਾਲ ਆਪਣੇ ਧੀਆਂ ਪੁੱਤਰਾਂ ਦੇ ਵਿਆਹ ਨਾ ਕਰਨ, ਕਿਉਂਕਿ ਉਹਨਾਂ ਦੇ ਦੁਆਰਾ ਤੁਸੀਂ ਪਰਾਏ ਦੇਵਤਿਆਂ ਦੇ ਪਿੱਛੇ ਲੱਗ ਕੇ ਕੁਰਾਹੇ ਪੈ ਜਾਓਗੇ। ਸੁਲੇਮਾਨ ਨੇ ਇਸ ਦੇ ਉਲਟ 700 ਪਰਾਈਆਂ ਰਾਜਕੁਮਾਰੀਆਂ ਨਾਲ ਵਿਆਹ ਕੀਤਾ ਅਤੇ ਇਹਨਾਂ ਤੋਂ ਇਲਾਵਾ ਉਸ ਦੀਆਂ 300 ਰਖੀਲਾਂ ਸਨ। ਉਹਨਾਂ ਨੇ ਉਸ ਨੂੰ ਕੁਰਾਹੇ ਪਾ ਦਿੱਤਾ। ਉਹਨਾਂ ਨੇ ਸੁਲੇਮਾਨ ਦੇ ਬੁਢਾਪੇ ਵਿੱਚ ਉਸ ਨੂੰ ਪਰਾਇਆਂ ਦੇਵਤਿਆਂ ਦੀ ਪੂਜਾ ਕਰਨ ਲਈ ਪ੍ਰੇਰਿਆ। ਇਸ ਲਈ ਉਹ ਆਪਣੇ ਪਿਤਾ ਦਾਊਦ ਦੇ ਵਾਂਗ ਪ੍ਰਭੂ ਆਪਣੇ ਪਰਮੇਸ਼ਰ ਦਾ ਆਗਿਆਕਾਰੀ ਨਾ ਰਿਹਾ। ਉਹ ਸਿਦੋਨੀ ਦੇਵੀ ਅਸ਼ਤਾਰੋਤ ਅਤੇ ਅਮੋਨੀ ਘਿਨਾਉਣੇ ਦੇਵਤੇ ਮਿਲਕੋਮ ਦੀ ਪੂਜਾ ਕਰਨ ਲੱਗਾ। ਇਸ ਤਰ੍ਹਾਂ ਉਸਨੇ ਪ੍ਰਭੂ ਦੇ ਵਿਰੁੱਧ ਪਾਪ ਕੀਤਾ ਅਤੇ ਆਪਣੇ ਪਿਤਾ ਦੀ ਤਰ੍ਹਾਂ ਪ੍ਰਭੂ ਦੇ ਰਾਹ ਤੇ ਨਾ ਚੱਲਿਆ। ਜਰੂਸ਼ਲਮ ਦੇ ਪੂਰਬੀ ਪਾਸੇ ਦੇ ਪਹਾੜ ਉੱਤੇ ਉਸਨੇ ਮੁਆਬ ਦੇ ਘਿਨਾਉਣੇ ਦੇਵਤਾ ਕਮੋਸ਼ ਦੇ ਲਈ ਤੇ ਅਮੋਨ ਦੇ ਘਿਨਾਉਣੇ ਦੇਵਤਾ ਦੇ ਮਿਲਕੋਮ ਲਈ ਪੂਜਾ ਵਾਲੀਆਂ ਪੱਕੀਆਂ ਥਾਵਾਂ ਬਣਾਈਆਂ। ਉਸਨੇ ਆਪਣੀਆਂ ਬਾਕੀ ਦੀਆਂ ਵਿਦੇਸ਼ੀ ਪਤਨੀਆਂ ਲਈ ਵੀ ਇੱਕ ਥਾਂ ਬਣਾਈ ਜਿੱਥੇ ਉਹ ਧੂਪ ਦਿਖਾ ਸਕਦੀਆਂ ਅਤੇ ਬਲੀਆਂ ਚੜਾ ਸਕਦੀਆਂ ਸਨ। ਤਦ ਪ੍ਰਭੂ ਸੁਲੇਮਾਨ ਨਾਲ ਕ੍ਰੋਧਿਤ ਹੋਇਆ, ਕਿਉਂਕਿ ਉਸਨੇ ਇਜ਼ਰਾਈਲ ਦੇ ਪ੍ਰਭੂ ਪਰਮੇਸ਼ਰ ਨਾਲ ਵਿਸ਼ਵਾਸਘਾਤ ਕੀਤਾ ਸੀ, ਜਿਸ ਨੇ ਉਸਨੂੰ 2 ਵਾਰ ਦਰਸ਼ਨ ਦਿੱਤੇ ਸਨ ਅਤੇ ਉਸਨੂੰ ਆਗਿਆ ਦਿੱਤੀ ਸੀ ਕਿ ਉਹ ਪਰਾਏ ਦੇਵਤਿਆਂ ਦੇ ਪਿੱਛੇ ਨਾ ਲੱਗੇ। ਪਰ ਸੁਲੇਮਾਨ ਨੇ ਪ੍ਰਭੂ ਦੀ ਇਹ ਆਗਿਆ ਤੋੜ ਦਿੱਤੀ। ਇਸ ਲਈ ਪ੍ਰਭੂ ਨੇ ਉਸਨੂੰ ਕਿਹਾ, ਤੂੰ ਜਾਣਦੇ ਬੁੱਝਦੇ ਹੋਏ ਮੇਰੇ ਨੇਮ ਨੂੰ ਤੋੜ ਕੇ ਮੇਰੀ ਆਗਿਆ ਦੀ ਉਲੰਘਣਾ ਕੀਤੀ ਹੈ। ਇਸ ਲਈ ਮੈਂ ਵੀ ਤੇਰੇ ਰਾਜ ਨੂੰ ਸੱਚਮੁੱਚ ਤੇਰੇ ਤੋਂ ਖੋਹ ਕੇ ਤੇਰੇ ਨੌਕਰ ਨੂੰ ਦੇਵਾਂਗਾ। ਪਰ ਮੈਂ ਆਪਣੇ ਦਾਸ ਦਾਊਦ ਦੇ ਕਾਰਨ ਇਹ ਕੰਮ ਤੇਰੇ ਜੀਵਨ ਕਾਲ ਵਿੱਚ ਨਹੀਂ ਕਰਾਂਗਾ, ਸਗੋਂ ਤੇਰੇ ਪੁੱਤਰ ਦੇ ਸਮੇਂ ਵਿੱਚ ਕਰਾਂਗਾ। ਪਰ ਮੈਂ ਤੇਰੀ ਸੰਤਾਨ ਤੋਂ ਪੂਰਾ ਰਾਜ ਨਹੀਂ ਲਵਾਂਗਾ। ਮੈਂ ਇੱਕ ਕਬੀਲਾ ਆਪਣੇ ਦਾਸ ਦਾਊਦ ਅਤੇ ਉਹ ਆਪਣੇ ਚੁਣੇ ਸ਼ਹਿਰ ਜਰੂਸ਼ਲਮ ਦੇ ਕਾਰਨ ਤੇਰੀ ਸੰਤਾਨ ਕੋਲ ਰਹਿਣ ਦੇਵਾਂਗਾ। ਸੋ ਬੇਸਿਕਲੀ ਪ੍ਰਭੂ ਨੇ ਦਾਊਦ ਦੀ ਖਾਤਰ, ਅਸੀਂ ਦਾਊਦ ਦਾ ਪੜ੍ਹਦੇ ਪਏ ਹਾਂ, ਬੇਸਿਕਲੀ ਅਸੀਂ ਦਾਊਦ ਦੇ ਜਿੰਨੀਆਂ ਵੀ ਬਰਕਤਾਂ ਸੋਲੋਮਨ ਨੂੰ ਮਿਲੀਆਂ ਸੀ ਦਾਊਦ ਦੇ ਕਰਕੇ ਮਿਲੀਆਂ ਸੀ। ਔਰ ਸੁਲੇਮਾਨ ਆਪਣੀ ਬੁੱਧੀ ਦੇ ਨਾਲ, ਪ੍ਰਭੂ ਦੀ ਬੁੱਧੀ ਦੇ ਨਾਲ ਜਿੰਨੀ ਦੇਰ ਤੱਕ ਤੁਰਿਆ ਰਿਹਾ, ਉਹਦੀ ਜ਼ਿੰਦਗੀ ਬਹੁਤ ਸੁੰਦਰ ਸੀ। ਦੂਰ ਦੂਰ ਤੱਕ ਸੁਲੇਮਾਨ ਨੂੰ ਲੋਕ ਮੰਨਦੇ ਸੀ, ਉਹਦੀ ਬੁੱਧ ਨੂੰ ਮੰਨਦੇ ਸੀ, ਉਸ ਨੂੰ ਮਿਲਣ ਆਉਂਦੇ ਸੀ, ਉਸ ਨੂੰ ਦੇਖਣ ਆਉਂਦੇ ਸੀ। ਪਰ ਜਦੋਂ ਸੁਲੇਮਾਨ ਨੇ ਆਪਣੀ ਬੁੱਧ ਨੂੰ ਵਰਤਣਾ ਸ਼ੁਰੂ ਕਰ ਲਿਆ, ਪਹਿਲਾਂ ਸੁਲੇਮਾਨ ਜੋ ਵਰਤ ਰਿਹਾ ਸੀ ਉਹ ਸੀ ਵਿਜ਼ਡਮ, ਪ੍ਰਭੂ ਦੀ ਬੁੱਧ। ਹੁਣ ਉਹ ਜੋ ਵਰਤ ਰਿਹਾ ਉਹ ਹੈ ਉਸਦੀ ਆਪਣੀ ਚਲਾਕੀ, ਨੌਲੇਜ, ਗਿਆਨ ਜਿਹੜਾ ਉਹਨੂੰ। ਔਰ ਉਹ ਇਹ ਦੇਖਦਾ ਪਿਆ ਕਿ ਮੈਨੂੰ ਧਨ ਕਿੱਥੋਂ ਹੋਰ ਮਿਲੇਗਾ, ਮੈਨੂੰ ਔਰਤਾਂ ਕਿੱਥੋਂ ਹੋਰ ਮਿਲਣਗੀਆਂ। ਔਰ ਸੁਲੇਮਾਨ ਨੇ ਉਹਨਾਂ ਦੇ ਲਈ ਮੰਦਿਰ ਬਣਾਏ। ਸੁਲੇਮਾਨ ਨੇ ਉਹਨਾਂ ਦੇਵੀ ਦੇਵਤਿਆਂ ਦੀ ਪੂਜਾ ਕਰਨੀ ਸ਼ੁਰੂ ਕਰ ਦਿੱਤੀ।
और फिर प्रभु ने कहा कि मैं हुण तेरा राज तेरे हाथ दे विच नहीं रहन दूंगा। हुण इस देश के दो टोटे होंगे, एक यहूदा खवाएगा, एक इजराइल कहाएगा। सिर्फ अपने तेरे पुरखे दाऊद दी खातर मैं जरूसलम दे उत्ते तेरी संतान और तेरियां संतानां दा राज रहन दूंगा। पर जो तू काम कीता, इसकी सजा तेनू मिलेगी, इसकी सजा तेनू मिलेगी। बाय द वे एक चीज मैं मिस कर गया, जिस वेले शबा दी राणी आई सी और उसका ब्याह सुलेमान नाल हो गया सी, उसके घर पुत्र होने वाला सी, तो बहुत सारे जेडे बाकी दे यहूदी लोग सीगे, यहूदी औरतां सीगियां, यहूदी राणियां सीगियां, इजराइली राणियां सीगियां, उन्होंने उसनू तुच्छ करके जानना शुरू कर दिता सी। उन्होंने उसनू घृणा करनी शुरू कर दी सी, और इस करके पुत्र के जन्म तो बाद वो चली गई। लेकिन एक बाइबल दे विच हिस्सा है जिसनू कहा जाता श्रेष्ठ गीत, उसदे 6 चैप्टर, और उसदे विच सुलेमान दी उसदे लई एक सिफत और उसदी राणी दी एक, तुसी एक कह सकते हैं कि उसदे दिल दी एक कुरलाहट। श्रेष्ठ गीत उसदे सिर्फ 6 चैप्टर, सो उन्होंने तुसी आप पढ़ियो, बड़ी बरकत मिलेगी। ये उस समय दे गीत। सो हुण असीं उस समय दे विच आ गए हैं जिस वेले प्रभु ने सुलेमान दे लई ओदे लई हुण ओदे वैरी खड़े करने शुरू कर दिते हैं। 14 आयत तो लैके असीं आओ असीं 27 आयत तक देखते हैं, सॉरी 25 आयत तक। ओके, मैं पढ़ती नहीं। सुलेमान दे बैरी। तद प्रभु ने अदोम दे राज घराने दे हदद नाम दे आदमी नू राजा सुलेमान दा विरोधी बना दिता। जदों राजा दाऊद ने अदोम नू जित्तिया सी तां इजरायली सेनापति उत्ते कतल होयां नू दफनाउण गया सी। युआब अते उसदे आदमी अदोम विच 6 महीनिਆਂ तक रहे सन अते उन्हां ने अदोम दे सब नरां नू कतल कर दिता सी। पर हदद अपने पिता दे कुछ अदोमी नौकरां नाल मिस्र विच नठ गया सी। हदद आप उस समय केवल बच्चा ही सी। ਉਹ ਮਿਦਿਆਨ ਤੋਂ ਪਰਾਨ ਵਿੱਚ ਆਏ ਸਨ। ਪਰਾਨ ਵਿੱਚੋਂ ਉਹਨਾਂ ਦੇ ਨਾਲ ਕੁਝ ਹੋਰ ਆਦਮੀ ਮਿਲ ਗਏ ਸਨ। ਤਦ ਉਹ ਮਿਸਰ ਵਿੱਚ ਫਿਰੌਨ ਰਾਜਾ ਕੋਲ ਗਏ, ਜਿਸ ਨੇ ਹਦਦ ਨੂੰ ਕੁਝ ਜ਼ਮੀਨ ਅਤੇ ਘਰ ਦਿੱਤਾ ਸੀ। ਉਸਨੇ ਹਦਦ ਨੂੰ ਭੋਜਨ ਦਾ ਸਮਾਨ ਵੀ ਦਿੱਤਾ। ਹਦਦ ਉੱਥੇ ਫਿਰੌਨ ਦੀ ਬਹੁਤ ਕਿਰਪਾ ਸੀ, ਇੱਥੋਂ ਤੱਕ ਕਿ ਉਸਨੇ ਆਪਣੀ ਰਾਣੀ ਤਹਿਮਨੇਸ ਦੀ ਭੈਣ ਅਰਥਾਤ ਆਪਣੀ ਸਾਲੀ ਦਾ ਵਿਆਹ ਹਦਦ ਨਾਲ ਕੀਤਾ। तद तहमनेस ने एक पुत्र नू जन्म दिता, जिसका नाम गनुबत सी। गनुबत दी पालना पोसना फिरौन दे महल विच राजपुत्रां ते नाल होई सी। जदों मिस्र विच हदद नू खबर मिली कि राजा दाऊद अते उसदा सेनापति योआब मर गया है, तां उसने फिरौन नू कहा, हुण मैनू अपने देश विच वापस जाण दिओ। फिरौन राजा ने उत्तर दिता कि तैनू मेरे कोल किसे गल दा घाटा है, तू क्यों जाना चाहुंदा है? पर हदद ने कहा, नहीं, ਮੈਨੂੰ ਤੁਹਾਡੇ ਕੋਲ ਕਿਸੇ ਗੱਲ ਦਾ ਘਾਟਾ ਨਹੀਂ, ਪਰ ਫਿਰ ਵੀ ਤੁਸੀਂ ਮੈਨੂੰ ਜਾਣ ਦਿਓ। ਹਦਦ ਅਦੋਮ ਦੇ ਰਾਜਾ ਦੀ ਤਰ੍ਹਾਂ ਹਮੇਸ਼ਾ ਇਜ਼ਰਾਈਲ ਦਾ ਬੈਰੀ ਬਣਿਆ ਰਿਹਾ। ਪਰਮੇਸ਼ਵਰ ਨੇ ਸੁਲੇਮਾਨ ਦੇ ਵਿਰੁੱਧ ਇੱਕ ਹੋਰ ਬੈਰੀ ਖੜਾ ਕੀਤਾ, ਅਰਥਾਤ ਅਲਿਆਦਾ ਦਾ ਪੁੱਤਰ ਰਜ਼ੋਨ, ਜੋ ਆਪਣੇ ਮਾਲਕ ਸੁਬਾਹ ਦੇ ਰਾਜਾ ਅਦਦ ਹਜ਼ਰ ਤੋਂ ਨੱਠਾ ਸੀ। ਰਜ਼ੋਨ ਕੁਝ ਭਗੌੜੇ ਆਦਮੀਆਂ ਦੇ ਦਲ ਦਾ ਸਰਦਾਰ ਬਣ ਗਿਆ। ਫਿਰ ਜਦੋਂ ਦਾਊਦ ਨੇ ਰਾਜਾ ਹਦਦਹਜ਼ਰ ਅਤੇ ਉਸਦੇ ਨਾਲ ਦੇ ਦਮਿਸ਼ਕ ਨਿਵਾਸੀਆਂ ਨੂੰ ਹਰਾ ਕੇ ਕਤਲ ਕਰ ਦਿੱਤਾ, ਤਾਂ ਰਜ਼ੋਨ ਜਾ ਕੇ ਦਮਿਸ਼ਕ ਵਿੱਚ ਰਹਿਣ ਲੱਗਾ।
ਅਤੇ ਉਸਦੇ ਆਦਮੀਆਂ ਨੇ ਉਸਨੂੰ ਉੱਥੋਂ ਦਾ ਰਾਜਾ ਬਣਾ ਦਿੱਤਾ। ਉਹ ਵੀ ਸੁਲੇਮਾਨ ਦਾ ਜੀਵਨ ਭਰ ਵੈਰੀ ਬਣਿਆ ਰਿਹਾ। Amen. ਔਰ ਇੱਥੇ ਲਿਖ ਲਓ ਉਪਦੇਸ਼ਕ ਦੀ ਪੋਥੀ। ਉਪਦੇਸ਼ਕ ਦੀ ਪੋਥੀ ਰਾਜਾ ਸੁਲੇਮਾਨ ਨੇ ਇੱਥੇ ਲਿਖੀ ਸੀ। ਔਰ ਉਪਦੇਸ਼ਕ ਦੀ ਪੋਥੀ ਦਾ ਅਸੀਂ ਸਿਰਫ ਇੱਕ ਚੈਪਟਰ ਪੜਾਂਗੇ। ਐਕਚੁਅਲੀ ਹਾਂ, ਪਹਿਲੀਆਂ 18 ਪਹਿਲੇ ਚੈਪਟਰ ਦੀਆਂ ਆ ਜੋ ਪੰਨਾ ਹੈਗਾ ਆ 1010, ਅਸੀਂ ਉਸ ਦੀਆਂ ਪਹਿਲੀਆਂ 18 ਆਇਤਾਂ ਪੜਾਂਗੇ। ਔਰ ਉੱਥੋਂ ਸੁਲੇਮਾਨ ਦਾ ਹੁਣ ਡਿਪਰੈਸ਼ਨ, ਜਿਹੜਾ ਇੱਕ ਉਹਦੀ ਜ਼ਿੰਦਗੀ 'ਚ ਖੁਸ਼ੀ ਸੀ ਜਿਸ ਦਾ ਕੋਈ ਅੰਤ ਨਹੀਂ ਸੀ, ਔਰ ਜਿਸ ਵੇਲੇ ਉਹ ਪ੍ਰਭੂ ਦੀ ਬੁੱਧ ਦੇ ਨਾਲ ਚੱਲਦਾ ਪਿਆ ਸੀ, ਹੁਣ ਉਸਨੇ ਆਪਣੀ ਸਮਝ ਵਰਤਣੀ ਸ਼ੁਰੂ ਕਰ ਲਈ ਸੀ। ਔਰ ਸੋਨਾ ਚਾਂਦੀ ਧਨ ਉਹਦੇ ਕੋਲ ਸਭ ਕੁਝ ਹੈਗਾ, ਪਰ ਹੁਣ ਇੱਕ ਡਿਪਰੈਸਡ ਬਜ਼ੁਰਗ ਆਦਮੀ ਨੂੰ ਅਸੀਂ ਦੇਖਾਂਗੇ। ਸੋ ਆਓ ਪਹਿਲੀਆਂ ਇਸ ਦੀਆਂ 18 ਆਇਤਾਂ ਦੇਖੀਏ, ਜਿਸ ਨੂੰ ਮਿਲ ਜਾਏ। ਸਭ ਕੁਝ ਵਿਅਰਥ ਹੈ। ਯਰੂਸ਼ਲਮ ਦੇ ਰਾਜਾ ਦਾਊਦ ਦੇ ਪੁੱਤਰ ਜੋ ਇੱਕ ਉਪਦੇਸ਼ਕ ਸੀ ਦੇ ਇਹ ਵਚਨ ਹਨ, ਵਿਅਰਥ ਹਾਂ, ਸਭ ਕੁਝ ਵਿਅਰਥ ਹੈ। ਮਨੁੱਖ ਧਰਤੀ ਤੇ ਬੇਅੰਤ ਮਿਹਨਤ ਕਰਦਾ ਹੈ, ਪਰ ਉਸਨੂੰ ਕੀ ਮਿਲਦਾ ਹੈ? ਇੱਕ ਪੀੜ੍ਹੀ ਜਾਂਦੀ ਤੇ ਦੂਜੀ ਆਉਂਦੀ ਹੈ, ਪਰ ਇਹ ਧਰਤੀ ਸਦਾ ਅਟਲ ਹੈ। ਸੂਰਜ ਚੜ੍ਹਦਾ ਤੇ ਡੁੱਬਦਾ ਹੈ, ਉਹ ਵਾਪਸ ਜਿੱਥੋਂ ਚੜ੍ਹਦਾ ਦੁਬਾਰਾ ਚੜ੍ਹਨ ਲਈ ਉੱਥੇ ਜਾਂਦਾ ਹੈ। ਹਵਾ ਦੱਖਣ ਨੂੰ ਜਾਂਦੀ ਹੈ, ਉਹ ਉੱਤਰ ਨੂੰ ਜਾਂਦੀ ਹੈ, ਉਹ ਫਿਰ ਫੇਰੇ ਲਾਉਂਦੀ ਹੋਈ ਚੱਕਰ ਤੇ ਚੱਕਰ ਲਾਉਂਦੀ ਹੈ। ਪਰ ਸਭ ਦਰਿਆ ਸਾਗਰ ਵਿੱਚ ਜਾ ਪੈਂਦੇ ਹਨ, ਪਰ ਉਹ ਫਿਰ ਵੀ ਨਹੀਂ ਭਰਦਾ। ਸਭ ਦਰਿਆ ਉਸੇ ਥਾਂ ਉੱਤੇ ਮੁੜ ਜਾਂਦੇ ਹਨ ਜਿੱਥੇ ਉਹ ਸ਼ੁਰੂ ਹੁੰਦੇ ਹਨ। ਹਰ ਕੰਮ ਇੰਨਾ ਥਕੇਵੇਂ ਨਾਲ ਭਰਪੂਰ ਹੈ, ਉਸਦਾ ਸ਼ਬਦਾਂ ਵਿੱਚ ਬਿਆਨ ਕਰਨਾ ਕਠਿਨ ਹੈ। ਅੱਖਾਂ ਇੰਨਾ ਦੇਖਦੀਆਂ ਹਨ, ਪਰ ਉਹਨਾਂ ਨੂੰ ਫਿਰ ਵੀ ਸੰਤੋਖ ਨਹੀਂ ਮਿਲਦਾ। ਕੰਨ ਇੰਨਾ ਸੁਣਦੇ ਹਨ, ਪਰ ਉਹਨਾਂ ਨੂੰ ਫਿਰ ਵੀ ਚੈਨ ਨਹੀਂ ਮਿਲਦਾ। ਜੋ ਪਹਿਲਾਂ ਵਾਪਰਿਆ ਹੈ ਉਹ ਫਿਰ ਵਾਪਰੇਗਾ, ਜੋ ਪਹਿਲਾਂ ਕੀਤਾ ਗਿਆ ਹੈ ਉਹ ਫਿਰ ਕੀਤਾ ਜਾਵੇਗਾ। ਇਸ ਸੰਸਾਰ ਵਿੱਚ ਕੁਝ ਵੀ ਤਾਂ ਨਵਾਂ ਨਹੀਂ ਹੈ। ਉਹ ਕਹਿੰਦੇ ਹਨ, ਦੇਖੋ ਇਹ ਨਵਾਂ ਹੈ, ਪਰ ਨਹੀਂ, ਇਹ ਤਾਂ ਉਹ ਹੈ ਜੋ ਬਹੁਤ ਸਦੀਆਂ ਪਹਿਲਾਂ ਸੀ। ਪ੍ਰਾਚੀਨ ਕਾਲ ਦੀਆਂ ਚੀਜ਼ਾਂ ਨੂੰ ਕੋਈ ਵਰਤਮਾਨ ਵਿੱਚ ਯਾਦ ਨਹੀਂ ਕਰਦਾ, ਨਾ ਹੀ ਹੁਣ ਹੋਣ ਵਾਲੀਆਂ ਚੀਜ਼ਾਂ ਨੂੰ ਅੱਗੇ ਆਉਣ ਵਾਲੇ ਲੋਕ ਯਾਦ ਕਰਨਗੇ। ਉਪਦੇਸ਼ਕ ਦਾ ਅਨੁਭਵ। ਮੈਂ ਉਪਦੇਸ਼ਕ ਇਜ਼ਰਾਈਲ ਦਾ ਰਾਜਾ ਯਰੂਸ਼ਲਮ ਸ਼ਹਿਰ ਵਿੱਚ ਰਹਿੰਦਾ ਸਾਂ। ਮੈਂ ਇਹ ਇੱਕ ਪੱਕਾ ਇਰਾਦਾ ਕੀਤਾ ਸੀ ਕਿ ਮੈਂ ਆਪਣੀ ਬੁੱਧ ਦੀ ਵਰਤੋਂ ਕਰਕੇ ਇਸ ਸੰਸਾਰ ਵਿੱਚ ਹੋਣ ਵਾਲੀ ਹਰ ਗੱਲ ਦੀ ਪੂਰੀ ਖੋਜ ਕਰਕੇ ਉਸ ਦਾ ਅਧਿਐਨ ਕਰਾਂਗਾ। ਸੱਚਮੁੱਚ ਪਰਮੇਸ਼ਵਰ ਨੇ ਮਨੁੱਖ ਤੇ ਮਿਹਨਤ ਦਾ ਇੱਕ ਵੱਡਾ ਭਾਰ ਰੱਖਿਆ ਹੈ। ਮੈਂ ਸੰਸਾਰ ਵਿੱਚ ਹਰ ਚੀਜ਼ ਨੂੰ ਦੇਖਿਆ ਅਤੇ ਮੇਰਾ ਨਿਚੋੜ ਇਹ ਹੈ ਕਿ ਇਹ ਸਭ ਕੁਝ ਵਿਅਰਥ ਅਤੇ ਹਵਾ ਦੇ ਫੱਕਣ ਵਾਂਗ ਹੈ। ਅਸਲ ਗੱਲ ਤਾਂ ਇਹ ਹੈ, ਜੋ ਵਿੰਗਾ ਹੈ ਉਹ ਸਿੱਧਾ ਨਹੀਂ ਕੀਤਾ ਜਾ ਸਕਦਾ, ਜੋ ਨਹੀਂ ਹੈ ਉਸ ਦੀ ਗਿਣਤੀ ਨਹੀਂ ਹੋ ਸਕਦੀ। ਮੈਂ ਆਪਣੇ ਆਪ ਨੂੰ ਕਿਹਾ, ਮੈਂ ਯਰੂਸ਼ਲਮ ਵਿੱਚ ਪਹਿਲਾਂ ਰਾਜ ਕਰਨ ਵਾਲਿਆਂ ਸਭ ਰਾਜਾਂ ਤੋਂ ਅਧਿਕ ਬੁੱਧੀਮਾਨ ਹਾਂ। ਮੈਂ ਬੁੱਧ ਤੇ ਗਿਆਨ ਦੀਆਂ ਸਭ ਗੱਲਾਂ ਜਾਣਦਾ ਹਾਂ। ਮੈਂ ਬੁੱਧ ਤੇ ਮੂਰਖਤਾ ਦਾ ਭੇਦ ਸਮਝਣ ਦੀ ਕੋਸ਼ਿਸ਼ ਕੀਤੀ, ਪਰ ਮੇਰੀ ਇਹ ਕੋਸ਼ਿਸ਼ ਵੀ ਹਵਾ ਨੂੰ ਫੜਨ ਵਾਂਗ ਵਿਅਰਥ ਰਹੀ। ਸੋ ਅਧਿਕ ਬੁੱਧੀਮਾਨ ਹੋਣ ਦਾ ਅਰਥ ਹੈ ਅਧਿਕ ਚਿੰਤਾਵਾਂ ਵਿੱਚ ਘਿਰਨਾ, ਅਤੇ ਅਧਿਕ ਜਾਣਕਾਰੀ ਦਾ ਅਰਥ ਹੈ ਅਧਿਕ ਦੁੱਖ ਵਿੱਚ ਫਸਣਾ। ਹੈ ਇਹਦੇ ਵਿੱਚ ਕੋਈ ਵੀ ਗੱਲ ਸੱਚੀ? ਕਿਉਂ ਨਹੀਂ ਬੰਦਾ ਪਿਛਲੀ ਚੀਜ਼ ਨੂੰ ਯਾਦ ਕਰਦਾ? ਅਸੀਂ ਦਾਊਦ ਦੀ ਜ਼ਿੰਦਗੀ ਤੋਂ ਅੱਜ ਤੱਕ ਸਿੱਖਦੇ ਪਏ। ਦਾਊਦ ਦੀ ਜ਼ਿੰਦਗੀ ਤੋਂ ਅੱਜ ਤੱਕ ਸਿੱਖਦੇ ਪਏ ਹਾਂ। ਪਰਮੇਸ਼ਰ ਦੀ ਬੁੱਧ ਦੇ ਨਾਲ ਸਾਰੀਆਂ ਚੀਜ਼ਾਂ ਹੁੰਦੀਆਂ ਪਈਆਂ। ਇਹ ਉਹ ਬੰਦਾ ਜਿਹੜਾ ਸਾਨੂੰ ਕਹਿੰਦਾ ਸੀ ਕੀੜੀ ਤੋਂ ਸਿੱਖਿਆ ਲਓ। ਅੱਜ ਬੈਠਾ ਮੂਰਖਾਂ ਦੇ ਵਾਂਗੂ ਡਿਪਰੈਸ਼ਨ ਦੇ ਵਿੱਚ ਬੈਠਾ, ਕਿਉਂਕਿ ਇਸਨੇ ਪ੍ਰਭੂ ਦੇ ਨਾਲ ਵਿਸ਼ਵਾਸਘਾਤ ਕੀਤਾ। ਇਹਨੇ ਹੀ ਆਪਣੀ ਬੁੱਧ ਦੇ ਵਿੱਚ ਕਿਹਾ ਸੀਗਾ ਕਿ ਪਰਮੇਸ਼ਰ ਦੀ ਆਗਿਆਕਾਰੀ ਔਰ ਉਸ ਦੇ ਨਾਲ ਵਫਾਦਾਰ ਰਹੋ, ਕਿਉਂਕਿ ਉਹ ਉਹਨਾਂ ਦੇ ਨਾਲ ਆਪਣੀ ਵਫਾਦਾਰੀ ਔਰ ਆਪਣੀ ਉਸੇ ਤਰ੍ਹਾਂ ਉਹ ਵਿਸ਼ਵਾਸਯੋਗਤਾ ਦਿਖਾਉਂਦਾ।
ਔਰ ਇਹ ਇਨਸਾਨ ਅੱਜ ਕਹਿ ਰਿਹਾ ਸਭ ਕੁਛ ਵਿਅਰਥ, ਸਭ ਕੁਛ ਵਿਅਰਥ। ਕਿਉਂ? ਪ੍ਰਭੂ ਦੀ ਆਤਮਾ ਉੱਥੇ ਨਹੀਂ ਰਿਹਾ। ਇਸ ਕੋ ਉਸ ਮੰਦਿਰ ਦੇ ਵਿੱਚ ਤਾਂ ਪ੍ਰਭੂ ਦਾ ਆਤਮਾ ਹੈਗਾ, ਪਰ ਇਸ ਮੰਦਿਰ ਦੇ ਵਿੱਚ ਪ੍ਰਭੂ ਦਾ ਆਤਮਾ। ਸੋ ਨਾ ਪ੍ਰਭੂ ਦੀ ਖੁਸ਼ੀ, ਨਾ ਉਸ ਦੀ ਸ਼ਾਂਤੀ ਜੋ ਸਮਝ ਤੋਂ ਪਰੇ ਆ, ਨਾ ਉਸ ਦਾ ਆਰਾਮ ਇਸ ਦੀ ਜ਼ਿੰਦਗੀ ਦੇ ਵਿੱਚ ਹੋਣਾ। ਹੁਣ ਇਸ ਵੇਲੇ ਇੱਕ ਡਿਪਰੈਸਡ ਬੁੱਢਾ ਆਦਮੀ ਇਹ ਸਾਰੀਆਂ ਚੀਜ਼ਾਂ ਲਿਖਦਾ ਪਿਆ। ਅਸੀਂ ਕਦੀ ਵੀ ਪ੍ਰਭੂ ਦੇ ਨਾਲ ਵਿਸ਼ਵਾਸਘਾਤ ਨਹੀਂ ਕਰਦੇ, ਅਸੀਂ ਹਮੇਸ਼ਾ ਆਪਣੇ ਨਾਲ ਵਿਸ਼ਵਾਸਘਾਤ ਕਰਦੇ। ਜਿਸ ਵੇਲੇ ਅਸੀਂ ਆਪਣੇ ਰਸਤੇ ਫੜਦੇ ਹਾਂ, ਅਸੀਂ ਉਸੇ ਟਾਹਣੀ ਨੂੰ ਵੱਢ ਰਹੇ ਹੁੰਦੇ ਹਾਂ ਜਿਹਦੇ ਤੇ ਅਸੀਂ ਬੈਠੇ ਹਾਂ। ਲੇਕਿਨ ਜਿਸ ਵੇਲੇ ਮੈਂ ਪ੍ਰਭੂ ਦੇ ਉੱਤੇ ਔਰ ਉਸ ਦੀ ਹਜ਼ੂਰੀ ਦੇ ਵਿੱਚ ਜਾ ਕੇ ਬੈਠ ਕੇ ਦੁਆ ਕਰਕੇ ਉਸਨੂੰ ਆਪਣੇ ਨਾਲ ਲੈ ਕੇ ਜਾਣਾ, ਚਾਹੇ ਮੈਨੂੰ ਅੱਗੇ ਕੀ ਹੋਣਾ ਕੀ ਨਹੀਂ ਹੋਣਾ ਉਸ ਦੀ ਸਮਝ ਹੋਵੇ ਤੇ ਚਾਹੇ ਨਾ ਹੋਵੇ, ਪ੍ਰਭੂ ਆਪ ਉੱਥੇ ਹੁੰਦਾ। ਔਰ ਮੇਰੀਆਂ ਸੋਚਾਂ ਤੋਂ, ਮੇਰੀ ਸਮਝ ਤੋਂ ਕਿਤੇ ਅਧਿਕ ਕੰਮ ਕਰਦਾ। ਲੇਕਿਨ ਇਸ ਵੇਲੇ ਇਸ ਦੀ ਜ਼ਿੰਦਗੀ ਦੇ ਵਿੱਚ ਕੁਛ ਨਹੀਂ। ਮੈਂ ਬੜੇ ਅਜੀਬ ਸਰਮਨ ਸੁਣੇ ਇਹਨਾਂ ਚੀਜ਼ਾਂ ਦੇ ਉੱਤੇ, ਲੇਕਿਨ ਜਿਸਲੇ ਤੁਸੀਂ ਇਤਿਹਾਸ ਨੂੰ ਨਹੀਂ ਪੜ੍ਹਦੇ ਤੇ ਸਿਰਫ ਇਸੇ ਚੀਜ਼ ਨੂੰ ਪੜ੍ਹਨ ਲੱਗ ਪੈਂਦੇ ਆ, ਫਿਰ ਸਾਨੂੰ ਇਹਦੇ ਵਿੱਚੋਂ ਆਪਣੇ ਮਤਲਬ ਕੱਢਣੇ ਪੈਂਦੇ। ਔਰ ਇਸ ਦੇ 12 ਚੈਪਟਰ ਆ, ਇਸ ਚੀਜ਼ ਨੂੰ ਮੋਹਰੇ ਰੱਖ ਕੇ ਪੜ੍ਹ ਕੇ ਕਿ ਇਹ ਉਸਨੇ ਹੌਸਲੇ ਰੱਖਣੇ ਸ਼ੁਰੂ ਕੀਤੇ ਜਿਸਲੇ ਪ੍ਰਭੂ ਨੇ ਉਸਨੂੰ ਕਹਿ ਦਿੱਤਾ ਕਿ ਤੇਰੇ ਜਿਉਂਦੇ ਜੀ ਤਾਂ ਮੈਂ ਤੇਰਾ ਦੇਸ਼ ਤੇ ਦੋ ਟੁੱਟੇ ਨਹੀਂ ਕਰੂੰਗਾ, ਪਰ ਤੇਰੇ ਪੁੱਤਰ ਦੇ ਸਮੇਂ ਤੇਰੇ ਦੇਸ਼ ਦੇ ਦੋ ਟੁੱਟੇ ਹੋ ਜਾਣਗੇ। ਤੂੰ ਜਿਸ ਤੇ ਅਧਿਕਾਰੀ ਤੇ ਵਿਸ਼ਵਾਸ ਕਰੇਗਾ ਉਹੀ ਤੇਰਾ ਦੁਸ਼ਮਣ ਨਿਕਲੇਗਾ। ਜਿੱਦਾਂ ਪਹਿਲਾਂ ਜਿਸਨੂੰ ਵੀ ਤੂੰ ਦੁਸ਼ਮਣ ਸਮਝਦਾ ਸੀ ਉਹ ਤੇਰਾ ਮਿੱਤਰ ਨਿਕਲਦਾ ਸੀ, ਹੁਣ ਉਲਟ ਹੋਏਗਾ। ਹੁਣ ਉਲਟ ਹੋਏਗਾ। ਇਸ ਵੇਲੇ ਸੋਲੋਮਨ ਪੂਰੇ ਡਿਪਰੈਸ਼ਨ ਦੇ ਵਿੱਚ ਆ, ਉਸਦਾ ਮੰਦਰ ਖਾਲੀ ਆ। ਇਹ ਜਿਹੜੀਆਂ ਲਿਖਤਾਂ ਉਹ ਲਿਖਦਾ ਪਿਆ ਆਪਣੇ ਡਿਪਰੈਸ਼ਨ ਦੇ ਵਿੱਚ ਲਿਖਦਾ ਪਿਆ। ਹੁਣ ਜਿਸ ਲਈ ਤੁਸੀਂ ਇਹਨਾਂ 12 ਚੈਪਟਰਾਂ ਵਿੱਚ ਗੁਜ਼ਰੋਗੇ, ਘੰਟਾ ਡੇਢ ਘੰਟੇ ਦੀ ਰੀਡਿੰਗ ਹੈ ਸਾਰੀ, ਅਗਰ ਇਸ ਚੀਜ਼ ਨੂੰ ਮੋਹਰੇ ਰੱਖ ਕੇ ਦੇਖੋਗੇ ਤੇ ਤੁਹਾਨੂੰ ਬਿਲਕੁਲ ਬੜੀਆਂ ਸਮਝ ਆਉਣਗੀਆਂ ਕਿ ਇੱਕ ਮੂਰਖ ਆਦਮੀ ਜਿਸਨੂੰ ਜਦੋਂ ਪ੍ਰਭੂ ਦਾ ਆਤਮਾ ਛੱਡ ਦਿੰਦਾ, ਜਿਸਲੇ ਉਹਦੀ ਬੁੱਧ ਤੋਂ ਉਹ ਪਰੇ ਨੂੰ ਹੋ ਜਾਂਦਾ ਤੇ ਪ੍ਰਭੂ ਦਾ ਆਤਮਾ ਵੀ ਪਰਾਂ ਹੋ ਜਾਂਦਾ, ਤੇ ਫਿਰ ਉਹਦੀ ਹਾਲਤ ਕੀ ਹੁੰਦੀ ਆ, ਉਹਦੇ ਮਨ ਦੀ ਹਾਲਤ ਕੀ ਹੁੰਦੀ ਆ, ਉਹਦੇ ਤਨ ਦੀ ਹਾਲਤ ਕੀ ਹੁੰਦੀ ਆ, ਉਹਦੀ ਆਪਣੀ ਆਤਮਾ ਦੀ ਹਾਲਤ ਕੀ ਹੁੰਦੀ ਆ। ਉਹ ਇਸ ਦੇ ਵਿੱਚੋਂ ਤੁਸੀਂ ਦੇਖੋਗੇ। ਇੱਕ ਹਿੱਸਾ ਅਸੀਂ ਬੜਾ ਯੂਜ਼ ਕਰਦੇ ਹਾਂ ਕਿ ਇਸ ਦੇ ਤੀਸਰੇ ਚੈਪਟਰ ਦੇ ਵਿੱਚ ਉਹ ਕਿ ਸੰਸਾਰ ਦੇ ਵਿੱਚ ਹਰ ਚੀਜ਼ ਦਾ ਇੱਕ ਸਮਾਂ ਹੈ। ਜਨਮ ਦਾ ਸਮਾਂ, ਮੌਤ ਦਾ ਸਮਾਂ, ਬੀਜਣ ਦਾ ਸਮਾਂ, ਕੱਟਣ ਦਾ ਸਮਾਂ, ਮਾਰਨ ਦਾ ਸਮਾਂ, ਚੰਗਾ ਕਰਨ ਦਾ ਸਮਾਂ, ਢਾਉਣ ਦਾ ਸਮਾਂ, ਦੁੱਖ ਦਾ ਸਮਾਂ, ਆਨੰਦ ਦਾ ਸਮਾਂ, ਸੋਗ ਦਾ ਸਮਾਂ, ਨੱਚਣ ਦਾ ਸਮਾਂ, ਭੋਗ ਕਰਨ ਦਾ ਸਮਾਂ, ਨਾ ਕਰਨ ਦਾ ਸਮਾਂ, ਪਿਆਰ ਕਰਨ ਦਾ ਸਮਾਂ, ਨਾ ਕਰਨ ਦਾ ਸਮਾਂ, ਲੱਭਣ ਦਾ ਸਮਾਂ, ਖੋਹਣ ਦਾ ਸਮਾਂ, ਰੱਖਣ ਦਾ ਸਮਾਂ, ਸੁੱਟਣ ਦਾ ਸਮਾਂ, ਪਾੜਨ ਦਾ ਸਮਾਂ, ਸਿਉਣ ਦਾ ਸਮਾਂ, ਚੁੱਪ ਰਹਿਣ ਦਾ ਸਮਾਂ, ਮਿੱਤਰਤਾ ਦਾ ਸਮਾਂ, ਫਿਰਨਾ ਦਾ ਸਮਾਂ, ਲੜਾਈ ਦਾ ਸਮਾਂ ਤੇ ਸ਼ਾਂਤੀ ਦਾ ਸਮਾਂ।
ਇਹਨਾਂ ਵਿੱਚੋਂ ਕਿਹੜੀ ਚੀਜ਼ ਹੈ ਜਿਹੜਾ ਪ੍ਰਭੂ ਨਹੀਂ ਬਦਲ ਸਕਦਾ? ਕੋਈ ਇੱਕ ਵੀ ਚੀਜ਼ ਹੈਗੀ ਜਿਹੜੀ ਪ੍ਰਭੂ ਨਹੀਂ ਬਦਲ ਸਕਦਾ? This is a depression too. ਮਿੱਤਰਤਾ ਦਾ ਸਮਾਂ ਤੇ ਘਿਰਣਾ ਦਾ ਸਮਾਂ, ਪਿਆਰ ਕਰਨ ਦਾ ਸਮਾਂ ਤੇ ਘਿਰਣਾ ਦਾ ਸਮਾਂ। Is he in his mind? It's a depression. It's a depression. ਔਰ ਬਾਅਦ ਚ ਸਾਰੀਆਂ ਗੱਲਾਂ ਕਰਕੇ ਇਹ ਕਹਿ ਦਿੰਦਾ ਸਭ ਕੁਛ ਵਿਅਰਥ, ਸਭ ਕੁਛ ਵਿਅਰਥ। ਸਭ ਕੁਛ ਵਿਅਰਥ। ਜਿਸ ਲਈ ਅਸੀਂ ਪ੍ਰਭੂ ਨੂੰ ਛੱਡਦੇ ਹਾਂ, ਇਹ ਹਾਲ ਹੁੰਦਾ, ਇਹ ਹਾਲ ਹੁੰਦਾ। ਉਸ ਤੋਂ ਬਾਅਦ ਉਸਨੇ ਇੱਕ ਹੋਰ ਬੰਦੇ ਤੇ ਵਿਸ਼ਵਾਸ ਕੀਤਾ, ਯਾਰਾਬੁਆਮ ਦੇ ਉੱਤੇ। ਮਿਹਨਤੀ ਬੰਦਾ ਸੀਗਾ, ਲੇਕਿਨ ਪ੍ਰਭੂ ਨੇ ਉਸਨੂੰ ਰਸਤੇ ਵਿੱਚ ਜਾਂਦੇ ਨੂੰ ਫੜ ਲਿਆ। ਉਸਨੇ ਯਾਰਾਬੁਆਮ ਨੂੰ ਕਿਹਾ ਕਿ ਜੇ ਤੂੰ ਮੇਰੇ ਪਿੱਛੇ ਚੱਲੇਗਾ ਤਾਂ ਮੈਂ ਤੈਨੂੰ ਰਾਜਾ ਬਣਾਊਂਗਾ। ਉਸਨੇ ਆਪਣਾ ਇੱਕ ਨਬੀ ਘੱਲਿਆ ਜਿਸ ਦਾ ਨਾਂ ਅਬੀਆ ਸੀਗਾ। ਅਸੀਂ 30ਵੀਂ ਆਇਤ ਤੋਂ ਪੜਾਂਗੇ, 30 ਆਇਤ ਤੋਂ ਅਸੀਂ ਪੜਾਂਗੇ 40 ਆਇਤ ਤੱਕ। ਔਰ ਉਸਨੇ ਜਿਸ ਨੂੰ ਮਿਲ ਜਾਏ ਪੜ੍ਹਦਾ ਹੈ। ਇਹ ਹੈ 11ਵਾਂ ਪਾਪ, ਪਹਿਲਾ ਰਾਜਾ 11ਵਾਂ ਪਾਪ, ਪੰਨਾ 516। ਸੌਰੀ ਪਾਸਟਰ ਜੀ, ਕਿੱਥੋਂ ਪੜ੍ਹਨਾ 11ਵੇਂ ਭਾਗ ਦਾ? 30ਵੀਂ ਆਇਤ। ਉਸ ਤੋਂ ਪਹਿਲਾਂ ਸਿਰਫ ਇਹੋ ਹੀ ਦੱਸਦਾ ਪਿਆ ਕਿ ਉਹ ਇੱਕ ਚੰਗਾ ਮਿਹਨਤੀ ਆਦਮੀ ਸੀ, ਸੋ ਉਸਨੇ ਉਸਨੂੰ ਬੜਾ ਵੱਡਾ ਅਧਿਕਾਰੀ ਬਣਾ ਲਿਆ, ਬਣਾ ਦਿੱਤਾ। ਲੇਕਿਨ ਪ੍ਰਭੂ ਨੇ ਉਸਨੂੰ ਫੜ ਲਿਆ, ਅਬੀਆ ਨਬੀ ਦੇ ਰਾਹੀਂ ਉਸਨੂੰ ਫੜ ਲਿਆ ਕਿ ਔਰ ਉਸਨੂੰ ਦੱਸਿਆ ਕਿ ਮੈਂ ਕੀ ਤੇਰੇ ਨਾਲ ਕਰਨ ਜਾ ਰਿਹਾ। ਯਾਰਾਬੁਆਮ ਦੀ ਗੱਲ ਹੋ ਰਹੀ ਆ, ਇੱਕ ਜੋ ਇੱਕ ਅੱਛਾ ਪ੍ਰਬੰਧਕ। ਸੋ 30 ਆਇਤ ਤੋਂ ਆਓ ਅਸੀਂ ਦੇਖੀਏ। ਅਹਿਯਾ ਨਬੀ ਕੋਲ ਇੱਕ ਨਵੀਂ ਚਾਦਰ ਸੀ ਜਿਸ ਨੂੰ ਉਸਨੇ 12 ਹਿੱਸਿਆਂ ਵਿੱਚ ਪਾੜ ਦਿੱਤਾ। ਤਦ ਨਬੀ ਨੇ ਯਾਰਾਬੁਆਮ ਨੂੰ ਕਿਹਾ, ਤੂੰ ਇਹਨਾਂ 12 ਵਿੱਚੋਂ 10 ਟੁਕੜੇ ਲੈ ਲੈ, ਕਿਉਂਕਿ ਪ੍ਰਭੂ ਨੇ ਇਸ ਸੰਬੰਧ ਵਿੱਚ ਕਿਹਾ ਹੈ, ਮੈਂ ਸੁਲੇਮਾਨ ਦੇ ਰਾਜ ਨੂੰ 12 ਹਿੱਸਿਆਂ ਵਿੱਚ ਪਾੜ ਦੇਵਾਂਗਾ ਅਤੇ 10 ਕਬੀਲੇ ਤੈਨੂੰ ਦੇਵਾਂਗਾ। ਸੁਲੇਮਾਨ ਕੋਲ ਕੇਵਲ ਇੱਕ ਕਬੀਲਾ ਮੈਂ ਆਪਣੇ ਦਾਸ ਦਾਊਦ ਅਤੇ ਆਪਣੇ ਚੁਣੇ ਸ਼ਹਿਰ ਯਰੂਸ਼ਲਮ ਦੇ ਕਾਰਨ ਰਹਿਣ ਦੇਵਾਂਗਾ। ਸੋ ਸੁਲੇਮਾਨ ਕੇਵਲ ਇੱਕ ਕਬੀਲੇ ਉੱਤੇ ਹੀ ਰਾਜ ਕਰੇਗਾ। ਮੈਂ ਇਸ ਤਰ੍ਹਾਂ ਇਸ ਲਈ ਕਰ ਰਿਹਾ ਹਾਂ ਕਿਉਂਕਿ ਸੁਲੇਮਾਨ ਨੇ ਮੈਨੂੰ ਤਿਆਗ ਕੇ ਪਰਾਏ ਦੇਵਤਿਆਂ, ਸਿਦੋਨ ਦੀ ਦੇਵੀ ਅਸ਼ਤਾਰੋਤ, ਮੋਆਬ ਦੇ ਦੇਵਤੇ ਕਮੋਸ਼ ਅਤੇ ਅਮੋਨ ਦੇ ਦੇਵਤੇ ਮਿਲਕੋਮ ਦੀ ਪੂਜਾ ਕੀਤੀ ਹੈ। ਸੁਲੇਮਾਨ ਨੇ ਮੇਰੇ ਨਾਲ ਵਿਸ਼ਵਾਸਘਾਤ ਕੀਤਾ ਹੈ ਅਤੇ ਮੇਰੀਆਂ ਵਿਧੀਆਂ ਤੇ ਨਿਯਮਾਂ ਦੀ ਪਾਲਣਾ ਆਪਣੇ ਪਿਤਾ ਦਾਊਦ ਦੀ ਤਰ੍ਹਾਂ ਨਹੀਂ ਕੀਤੀ ਹੈ। ਪਰ ਮੈਂ ਉਸਦੇ ਹੱਥੋਂ ਉਸਦੇ ਜਿਉਂਦੇ ਜੀ ਸਾਰਾ ਰਾਜ ਨਹੀਂ ਲਵਾਂਗਾ। ਇਹ ਮੈਂ ਆਪਣੇ ਦਾਸ ਦਾਊਦ ਦੇ ਕਾਰਨ ਕਰਾਂਗਾ, ਜਿਸ ਨੇ ਮੇਰੇ ਹੁਕਮਾਂ ਤੇ ਵਿਧੀਆਂ ਅਨੁਸਾਰ ਚੱਲਣ ਦਾ ਫੈਸਲਾ ਕੀਤਾ ਸੀ। ਮੈਂ ਸੁਲੇਮਾਨ ਦੇ ਪੁੱਤਰ ਕੋਲੋਂ ਰਾਜ ਲੈ ਕੇ 10 ਕਬੀਲੇ ਤੈਨੂੰ ਦੇਵਾਂਗਾ, ਪਰ ਮੈਂ ਇੱਕ ਕਬੀਲਾ ਆਪਣੇ ਦਾਸ ਦਾਊਦ ਦੇ ਵੰਸ਼ ਕੋਲ ਰਹਿਣ ਦੇਵਾਂਗਾ, ਤਾਂ ਜੋ ਉਸ ਦਾ ਵੰਸ਼ ਹਮੇਸ਼ਾ ਉਸ ਸ਼ਹਿਰ ਵਿੱਚ ਰਾਜ ਕਰੇ ਜਿਸ ਨੂੰ ਮੈਂ ਆਪਣੀ ਆਰਾਧਨਾ ਦੇ ਲਈ ਚੁਣਿਆ ਹੈ। ਇਸ ਤਰ੍ਹਾਂ ਯਾਰਾਬੁਆਮ, ਮੈਂ ਤੈਨੂੰ ਸਾਰੇ ਇਜ਼ਰਾਈਲ ਦਾ ਰਾਜਾ ਬਣਾਵਾਂਗਾ ਕਿ ਤੂੰ ਉਸ ਉੱਤੇ ਆਪਣੀ ਇੱਛਾ ਅਨੁਸਾਰ ਸ਼ਾਸਨ ਕਰੇ। ਜੇਕਰ ਤੂੰ ਮੇਰੀ ਆਗਿਆ ਉੱਤੇ ਧਿਆਨ ਦੇਵੇਂਗਾ ਅਤੇ ਮੇਰੇ ਦਾਸ ਦਾਊਦ ਦੀ ਤਰ੍ਹਾਂ ਮੇਰੇ ਹੁਕਮਾਂ ਅਤੇ ਵਿਧੀਆਂ ਅਨੁਸਾਰ ਚੱਲਦਾ ਹੋਇਆ ਭਲਾ ਕੰਮ ਕਰੇਗਾ, ਤਾਂ ਮੈਂ ਦਾਊਦ ਦੀ ਤਰ੍ਹਾਂ ਤੇਰੇ ਨਾਲ ਵੀ ਹਮੇਸ਼ਾ ਤੱਕ ਰਹਾਂਗਾ। ਦਾਊਦ ਦੀ ਤਰ੍ਹਾਂ ਤੇਰੇ ਪਿੱਛੋਂ ਤੇਰਾ ਵੰਸ਼ ਵੀ ਇਜ਼ਰਾਈਲ ਉੱਤੇ ਰਾਜ ਕਰੇਗਾ। ਸੋ ਮੈਂ ਸੁਲੇਮਾਨ ਦੇ ਪਾਪ ਕਾਰਨ ਦਾਊਦ ਦੇ ਵੰਸ਼ ਨੂੰ ਸਜ਼ਾ ਦੇਵਾਂਗਾ, ਪਰ ਹਮੇਸ਼ਾ ਦੇ ਲਈ ਨਹੀਂ। ਤਦ ਸੁਲੇਮਾਨ ਨੇ ਯਾਰਾਬੁਆਮ ਨੂੰ ਕਤਲ ਕਰਨਾ ਚਾਹਿਆ, ਪਰ ਉਹ ਨੱਠ ਕੇ ਮਿਸਰ ਵਿੱਚ ਚਲਾ ਗਿਆ। ਯਾਰਾਬੁਆਮ ਮਿਸਰ ਦੇ ਰਾਜਾ ਸ਼ੀਸ਼ਕ ਕੋਲ ਸੁਲੇਮਾਨ ਦੇ ਮਰਨ ਤੱਕ ਰਿਹਾ। So there you go. ਪਹਿਲਾ ਰਾਜਾ ਵੀ ਉੱਥੇ ਮਿਸਰ ਦੇ ਵਿੱਚ ਜਾ ਕੇ ਛੁਪਿਆ ਸੀ ਤੇ ਇਹ ਵੀ ਹੁਣ ਜਾ ਕੇ ਮਿਸਰ ਦੇ ਕੋਲ ਛੁਪਿਆ ਸੀ। ਪ੍ਰਭੂ ਨੇ ਏਦਾਂ ਬਦਲ ਦਿੱਤਾ ਸੀ ਸਾਰਾ ਕੁਝ ਕਿ ਮਿਸਰ ਦੇ ਰਾਜਾ ਸ਼ੀਸ਼ਕ ਦਾ ਜਿਹੜਾ ਇਹ ਸ਼ੀਸ਼ਕ ਨੰਬਰ 2 ਆ,
ਉਹਦਾ ਪੁੱਤਰ ਆ ਜਿਹੜਾ ਰਾਜ ਕਰਦਾ ਪਿਆ। ਸੁਲੇਮਾਨ ਦਾ ਸਾਲਾ ਇਸ ਵੇਲੇ ਰਾਜ ਕਰਦਾ ਪਿਆ, ਬ੍ਰਦਰ ਲਾ ਰਾਜ ਕਰਦਾ ਪਿਆ। ਲੇਕਿਨ ਜਿਹੜਾ ਇਸ ਦਾ ਬਾਪ ਸੀਗਾ ਸ਼ੀਸ਼ਕ ਦਾ ਫਰਸਟ, ਉਸਨੇ ਆਪਣੀ ਬੇਟੀ ਦਾ ਵਿਆਹ ਸੁਲੇਮਾਨ ਦੇ ਨਾਲ ਕੀਤਾ ਸੀ। ਔਰ ਜਿੰਨੀ ਦੇਰ ਤੱਕ ਤਾਂ ਸੁਲੇਮਾਨ ਪ੍ਰਭੂ ਦੇ ਨਾਲ ਬਣਿਆ ਰਿਹਾ, ਉਸਨੇ ਆਪਣਾ ਰਿਸ਼ਤਾ ਮਿਸਰ ਦੇ ਨਾਲ ਬਹੁਤ ਗੁੱਡ ਰੱਖਿਆ। ਔਰ ਜਿੱਦਾਂ ਹੀ ਸੁਲੇਮਾਨ ਨੇ ਆਪਣੀ ਸਮਝ ਤੋਂ ਕੰਮ ਲੈਣਾ ਸ਼ੁਰੂ ਕਰਤਾ, ਉਹਨੂੰ ਇਸ ਚੀਜ਼ ਦਾ ਪਤਾ ਸੀ ਕਿ ਜਿਹੜਾ ਮਿਸਰ ਦਾ ਰਾਜਾ ਆਪਣੀ ਬੇਟੀ ਨੂੰ ਬਹੁਤ ਪਿਆਰ ਕਰਦਾ, ਔਰ ਉਸਨੇ ਉਸ ਚੀਜ਼ ਨੂੰ ਬਹੁਤ ਅਬਿਊਜ਼ ਕੀਤਾ। ਔਰ ਜਿਸ ਵੇਲੇ ਉਹਦਾ ਭਰਾ ਗੱਦੀ ਦੇ ਉੱਤੇ ਬੈਠਾ, ਤਾਂ ਫਿਰ ਉਸਨੇ ਸੁਲੇਮਾਨ ਦੇ ਲਈ ਸੱਪ ਪਾੜੇ। ਪਹਿਲਾ ਵੀ ਉਹਨੇ ਪਾੜਿਆ, ਦੂਜਾ ਵੀ ਉਹੀ ਪਾਲਦਾ ਪਿਆ, ਦੂਜਾ ਵੀ ਉਹੀ ਪਾਲਦਾ ਪਿਆ। ਸੁਲੇਮਾਨ ਦੀ ਹੁਣ ਅਸੀਂ ਮੌਤ ਦੇਖਾਂਗੇ, ਲੇਕਿਨ ਦੇਖੋ ਇਸ ਦੇ ਵਿੱਚ ਦਾਊਦ ਦਾ ਕਿੰਨਾ ਜ਼ਿਕਰ, ਦਾਊਦ ਦਾ ਕਿੰਨਾ ਜ਼ਿਕਰ, ਈਵਨ ਉਹਦੀ ਮੌਤ ਦੇ ਵਿੱਚ ਵੀ ਦਾਊਦ ਦਾ ਜ਼ਿਕਰ। ਸੋ ਆਓ 41 ਔਰ 43 ਆਇਤ ਵਿੱਚ ਲਿਖਿਆ, ਕਹਿੰਦਾ ਸੁਲੇਮਾਨ ਦੇ ਬਾਕੀ ਦੇ ਸਭ ਕੰਮਾਂ ਅਤੇ ਬੁੱਧ ਦਾ ਬਿਆਨ ਸੁਲੇਮਾਨ ਦੇ ਇਤਿਹਾਸ ਦੀ ਪੋਥੀ ਦੇ ਵਿੱਚ ਮਿਲਦੇ ਹਨ। ਉਸਨੇ ਯਰੂਸ਼ਲਮ ਦੇ ਵਿੱਚ ਰਹਿ ਕੇ ਸਾਰੇ ਇਜ਼ਰਾਈਲ ਦੇ ਉੱਤੇ 40 ਸਾਲਾਂ ਤੱਕ ਰਾਜ ਕੀਤਾ। ਸੁਲੇਮਾਨ ਦੇ ਮਰਨ ਤੇ ਉਸ ਨੂੰ ਉਸਦੇ ਪਿਤਾ ਦਾਊਦ ਦੇ ਨਗਰ ਦੇ ਵਿੱਚ ਦਫਨਾ ਦਿੱਤਾ ਗਿਆ ਅਤੇ ਉਸ ਦੀ ਥਾਂ ਉਸਦਾ ਪੁੱਤਰ ਰਾਹਬੋਆਮ ਰਾਜਗੱਦੀ ਤੇ ਬੈਠ ਗਿਆ। ਮਹਾਮੂਰਖ ਆਦਮੀ, ਮਹਾਮੂਰਖ, ਜਿਹੜਾ ਉਹਦਾ ਸਭ ਤੋਂ ਮਹਾਮੂਰਖ ਪੁੱਤਰ ਸੀ, ਉਹ ਗੱਦੀ ਦੇ ਉੱਤੇ ਬੈਠਾ, ਉਹ ਗੱਦੀ ਤੇ ਬੈਠਾ। ਔਰ ਦੂਸਰੇ ਪਾਸੇ ਜਿਸ ਦਾ ਰੰਗ ਕਾਲਾ ਸੀ, ਉਹਦੇ ਕਰਕੇ ਵਿਚਾਰੀ ਨੂੰ ਟਿਕਣ ਨਹੀਂ ਦਿੱਤਾ, ਟਿਕਣ ਨਹੀਂ ਦਿੱਤਾ। ਉੱਥੇ ਸੁਲੇਮਾਨ ਦੇ ਵੰਸ਼ ਨੇ 3000 ਸਾਲ ਤੱਕ ਰਾਜ ਕੀਤਾ। ਬ੍ਰਿਟਿਸ਼ ਗਵਰਨਮੈਂਟ ਜਿਸ ਵੇਲੇ ਬ੍ਰਿਟਿਸ਼ ਦਾ ਰੂਲ ਸਾਰੀ ਦੁਨੀਆ ਤੇ ਛਾਇਆ ਸੀ, ਇਹਨਾਂ ਨੇ ਇਥੋਪੀਆ ਦੇ ਉੱਤੇ ਹਮਲਾ ਕੀਤਾ ਸੀ ਔਰ ਬੜੀ ਬੁਰੀ ਤਰ੍ਹਾਂ ਹਾਰੇ ਸੀ। ਮੈਨੂੰ ਲੱਗਦਾ ਸੈਕੰਡ ਜਿਹੜਾ ਸੀਗਾ, ਜਿਹੜਾ ਆਪਣੇ ਨੱਕੜ ਪੱਕੜ ਦਾਦੇ ਦੇ ਉੱਤੇ ਜਿਹਦਾ ਨਾਮ ਸੀਗਾ, ਉਸਨੇ ਉਹ ਹਾਲ ਬ੍ਰਿਟਿਸ਼ ਆਰਮੀ ਦਾ ਕੀਤਾ ਸੀ ਕਿ ਮੁੜ ਕੇ ਉਹਨਾਂ ਨੇ ਉੱਧਰ ਜਾਣ ਦਾ ਨਾਂ ਨਹੀਂ ਸੀ ਲਿਆ। ਤਿੰਨ ਹਜ਼ਾਰ ਸਾਲ ਤੱਕ 3000 ਸਾਲ ਤੱਕ। ਪਰ ਅਗਰ ਇਹ ਪ੍ਰਭੂ ਦੀ ਬੁੱਧ ਦੇ ਵਿੱਚ ਬਣਿਆ ਰਹਿੰਦਾ ਤੇ ਸ਼ਾਇਦ ਮੈਂ ਲਗਾ ਕੇ ਗੱਦੀ ਦੇ ਉੱਤੇ ਪੈਂਦਾ ਔਰ ਪ੍ਰਭੂ ਦੀ ਬਰਕਤ ਉਸੇ ਤਰ੍ਹਾਂ ਬਣੀ ਰਹਿੰਦੀ। ਲੇਕਿਨ ਅਸੀਂ ਕੀ ਦੇਖਦੇ ਪਏ? ਦਾਊਦ ਦੇ ਸਾਰੀਆਂ ਚੀਜ਼ਾਂ ਤੋਂ ਅਸੀਂ ਉਹਦੇ ਬਚਪਨ ਤੋਂ ਲੈ ਕੇ ਉਸਦੇ ਪੁੱਤਰ ਦੇ ਅੰਤ ਤੱਕ ਅਸੀਂ ਇੱਕੋ ਚੀਜ਼ ਸਿੱਖ ਸਕਦੇ ਹਾਂ, ਔਰ ਉਹ ਹੈ ਸਿੰਪਲ ਵਿਸ਼ਵਾਸ, ਸਿੰਪਲ ਭਰੋਸਾ। ਜੇ ਅਸੀਂ ਸਿੰਪਲ ਭਰੋਸਾ ਆਪਣੇ ਪ੍ਰਭੂ ਦੇ ਉੱਤੇ ਰੱਖਦੇ ਹਾਂ ਔਰ ਤੁਰੇ ਰਹਿੰਦੇ ਹਾਂ, ਤਾਂ ਫਿਰ ਉਹ ਸਾਡੇ ਅੰਦਰ ਨੂੰ ਵੀ ਧੋਂਦਾ ਔਰ ਸਾਡੇ ਬਾਹਰ ਨੂੰ ਵੀ। ਉਹ ਸਾਡੇ ਰਸਤੇ ਵੀ ਸਿੱਧੇ ਕਰਦਾ ਤੇ ਸਾਡੇ ਅਜ਼ੀਜ਼ਾਂ ਦੇ ਵੀ। ਉਹ ਸਾਡੇ ਦੁਸ਼ਮਣਾਂ ਨੂੰ ਸਾਡੇ ਮਿੱਤਰ ਬਣਾ ਦਿੰਦਾ। ਉਹਦੀ ਬੁੱਧ ਦਾ ਦਾਨ ਸਾਨੂੰ ਬਹੁਤ ਚੀਜ਼ਾਂ ਤੋਂ ਬਚਾ ਲੈਂਦਾ। ਔਰ ਪ੍ਰਭੂ ਦੇ ਨਾਮ ਦੇ ਵਿੱਚ ਸਭ ਤੋਂ ਜ਼ਿਆਦਾ ਦੋ ਰਾਜੇ ਹਾਂ ਬੇਸਿਕਲੀ ਜਿਹੜੇ ਸੀਗੇ ਪੂਰੀ ਇੱਜ਼ਤ ਦੇ ਨਾਲ ਦਫਨਾਏ ਗਏ। ਇੱਕ ਜੋਆਸ਼ ਔਰ ਇੱਕ ਦਾਊਦ। ਪ੍ਰਭੂ ਸਾਨੂੰ ਸਾਰਿਆਂ ਨੂੰ ਦਾਊਦ ਵਰਗਾ ਪ੍ਰਭੂ ਦੇ ਨਾਲ ਪਿਆਰ ਦੇ।
ਉਸ ਦੀਆਂ ਭਜਨਾਂ ਦੇ ਵਿੱਚ, ਉਸ ਦੇ ਜਿੰਨੇ ਵੀ ਅਸੀਂ ਭਜਨ ਜ਼ਬੂਰ ਅਸੀਂ ਪੜ੍ਹੇ ਆ, ਇੱਕੋ ਚੀਜ਼ ਪ੍ਰਭੂ ਦੀ ਹਜ਼ੂਰੀ ਦੇ ਵਿੱਚ ਜਾ ਕੇ ਐਨ ਆਪਣੀ ਆਤਮਾ ਨੂੰ ਨੰਗਾ ਕਰਕੇ ਉੱਤੇ ਮੋੜ ਰੱਖਦਾ ਸੀ। ਔਰ ਪ੍ਰਭੂ ਨੇ ਵੀ ਉਸ ਨੂੰ ਬਰਕਤ ਤੋਂ ਬਾਅਦ ਬਰਕਤ ਦਿੱਤੀ। ਪ੍ਰਭੂ ਨੇ ਉਸ ਨੂੰ, ਉਸ ਦੀ ਆਤਮਾ ਨੂੰ ਵੀ ਸੰਭਾਲਿਆ, ਉਸ ਦੇ ਸਰੀਰ ਨੂੰ ਵੀ ਸੰਭਾਲਿਆ। ਇੱਕੋ ਹੀ ਰਾਜਾ ਸਾਰੇ ਇਤਿਹਾਸ ਦੇ ਵਿੱਚ ਹੋਇਆ। ਪ੍ਰਭੂ ਨੇ ਉਸ ਨੂੰ ਇਹ ਵੀ ਬਰਕਤ ਦਿੱਤੀ, ਔਰ ਉਹ ਸਵਰਗੀ ਬਰਕਤ ਸੀ, ਕਿਉਂਕਿ ਉਹ ਸੀਨ ਅਸੀਂ ਸਵਰਗ ਦੇ ਵਿੱਚ ਵੀ ਹੁੰਦਾ ਦੇਖਿਆ ਕਿ ਜਿਸ ਲਈ ਪ੍ਰਭੂ ਯਿਸੂ ਮਸੀਹ ਧਰਤੀ ਤੋਂ ਉਠਾਏ ਗਏ ਆ ਤੇ ਉਹ ਸਵਰਗ ਦੇ ਵਿੱਚ ਪਹੁੰਚੇ ਆ, ਤੇ ਉੱਥੇ ਦਾਨੀਏਲ ਦੇਖ ਰਿਹਾ, ਉਹ ਇੱਕ ਭਵਿੱਖਬਾਣੀ ਦੇਖ ਰਿਹਾ ਕਿ ਬੱਦਲਾਂ ਦੇ ਵਿੱਚ ਘਿਰਿਆ ਹੋਇਆ ਇੱਕ ਜਨ ਆ ਰਿਹਾ, ਔਰ ਉਸਨੂੰ ਉਸ ਗੱਦੀ ਦੇ ਉੱਤੇ ਬਿਠਾਇਆ ਗਿਆ, ਔਰ ਸਾਰੇ ਅਖਤਿਆਰ ਔਰ ਸਾਰੇ ਹੱਕ ਔਰ ਸਾਰੀਆਂ ਚੀਜ਼ਾਂ ਉਸਨੂੰ ਦੇ ਦਿੱਤੀਆਂ ਗਈਆਂ। ਔਰ ਬਿਲਕੁਲ ਉਸੇ ਤਰ੍ਹਾਂ ਪ੍ਰਭੂ ਨੇ, ਔਰ ਉਹ ਬਾਪ ਦੇ ਲਈ ਸਭ ਤੋਂ ਜ਼ਿਆਦਾ ਮਹੱਤਵਪੂਰਨ ਦਿਨ ਸੀ ਸਵਰਗ ਦੇ ਵਿੱਚ, ਜਿਸ ਲਈ ਪ੍ਰਭੂ ਯਿਸੂ ਮਸੀਹ ਨੂੰ ਸਿੰਘਾਸਨ ਤੇ ਬਿਠਾਇਆ ਗਿਆ। ਇੱਕ ਬਹੁਤ ਮਹੱਤਵਪੂਰਨ ਦਿਨ ਸੀ, ਔਰ ਪ੍ਰਭੂ ਨੇ ਦਾਊਦ ਨੂੰ ਮਰਨ ਤੋਂ ਪਹਿਲਾਂ ਉਹ ਬਰਕਤ ਦਿੱਤੀ। ਉਸਨੇ ਆਪਣੇ ਪੁੱਤਰ ਸੁਲੇਮਾਨ ਨੂੰ ਗੱਦੀ ਤੇ ਬਿਠਾਇਆ, ਔਰ ਉਹਦੇ ਮੋਹਰੇ ਚੁੱਕ ਕੇ ਉਸਨੂੰ ਆਪਣਾ ਰਾਜਾ ਮੰਨਿਆ, ਔਰ ਉਸਨੂੰ ਬਰਕਤ ਦਿੱਤੀ। ਖੁਦਾਵੰਦ ਇੱਕ ਚੀਜ਼ਾਂ ਸਾਡੇ ਸਾਰਿਆਂ ਦੀ ਜ਼ਿੰਦਗੀ ਦੇ ਵਿੱਚ ਕਰੇ, ਏਦਾਂ ਦੇ ਮਹਾਨ ਕੰਮ ਕਰੇ। ਅਗਲੇ ਹਫਤੇ ਤੋਂ ਅਸੀਂ ਜਿਹੜਾ ਪੈਸ਼ਨ ਵੀਕ ਆ, ਔਰ ਉਸ ਦੇ ਵਿੱਚ ਅਸੀਂ ਇੱਕ ਦਿਨ ਪ੍ਰਭੂ ਯਿਸੂ ਮਸੀਹ ਕੀ ਕਰਦੇ ਪਏ ਆ, ਟਿਊਜ਼ਡੇ ਤੋਂ ਅਸੀਂ ਸ਼ੁਰੂ ਹੋਵਾਂਗੇ, ਔਰ ਜਿੱਦਾਂ ਲਾਗੇ ਆਉਂਦਾ ਜਾਏਗਾ, ਔਰ ਅਸੀਂ ਪ੍ਰਭੂ ਦੀ ਸਲੀਬ ਔਰ ਪ੍ਰਭੂ ਦੇ ਮੁੜ ਕੇ ਪ੍ਰਭੂ ਉਸਦੇ ਉਹਨਾਂ ਦੇ ਜੀ ਉੱਠਣ ਤੱਕ ਅਸੀਂ ਉਹਨਾਂ ਚੀਜ਼ਾਂ ਨੂੰ ਦੇਖਾਂਗੇ। ਪ੍ਰਭੂ ਜੀ, ਤੇਰਾ ਬਹੁਤ ਸ਼ੁਕਰ ਕਰਦੇ ਹਾਂ, ਤੇਰੀ ਦਇਆ ਦੇ ਲਈ, ਤੇਰੀ ਮਹਾਨਤਾ ਦੇ ਲਈ, ਤੇਰੇ ਪਿਆਰ ਦੇ ਲਈ। ਪਿਆਰੇ ਪ੍ਰਭੂ, ਤੇਰਾ ਰਹਿਮ, ਤੇਰੀ ਕੁਦਰਤ, ਔਰ ਪ੍ਰਭੂ ਜੀ ਤੇਰੇ ਸਾਰੇ ਅਧਿਕਾਰ ਔਰ ਉਹਨਾਂ ਦੀ ਸ਼ਕਤੀ ਉਹਨਾਂ ਦੇ ਲਈ ਕੰਮ ਕਰਦੇ ਪ੍ਰਭੂ ਜੀ, ਜੋ ਤੈਨੂੰ ਸਿਰਫ ਤੇ ਸਿਰਫ ਤੈਨੂੰ ਸਿੰਪਲ ਪਿਆਰ ਕਰਦੇ, ਸਿੰਪਲੀ ਪਿਆਰ ਕਰਦੇ। ਔਰ ਉਸ ਪਿਆਰ ਦੇ ਕਾਰਨ ਜੋ ਤੇਰੇ ਕੋਲ ਆਉਂਦੇ ਆ, ਸਭ ਤੋਂ ਵੱਡਾ ਗਿਫਟ ਜੋ ਪ੍ਰਭੂ ਜੀ ਤੂੰ ਸਾਨੂੰ ਦਿੱਤਾ, ਕਿ ਪਰਮੇਸ਼ਰ ਨੇ ਜਗਤ ਦੇ ਨਾਲ ਇੰਨਾ ਪਿਆਰ ਕੀਤਾ ਕਿ ਉਸਨੇ ਆਪਣਾ ਇਕਲੌਤਾ ਪੁੱਤਰ ਦੇ ਦਿੱਤਾ। ਜਦੋਂ ਅਸੀਂ ਪਾਪੀ ਹੀ ਸੀ ਤੇ ਉਸਨੇ ਆਪਣੇ ਪਿਆਰ ਦੇ ਕਰਕੇ ਆਪਣਾ ਪੁੱਤਰ ਸਾਨੂੰ ਦਿੱਤਾ। ਔਰ ਪ੍ਰਭੂ ਜੀ, ਸਾਨੂੰ ਵੀ ਇਹੋ ਹੀ ਹੁਕਮ ਆ ਕਿ ਅਸੀਂ ਤੈਨੂੰ ਪਿਆਰ ਕਰੀਏ। ਜੋ ਚੀਜ਼ਾਂ ਅੱਖਾਂ ਨੇ ਦੇਖੀਆਂ ਨੇ, ਕੰਨਾਂ ਨੇ ਸੁਣੀਆਂ ਨੇ, ਉਹ ਸਭ ਚੀਜ਼ਾਂ ਉਸਨੇ ਉਹਨਾਂ ਦੇ ਲਈ ਤਿਆਰ ਕੀਤੀਆਂ ਜੋ ਉਸਨੂੰ ਪਿਆਰ ਕਰਦੇ, ਜੋ ਪ੍ਰਭੂ ਨੂੰ ਪਿਆਰ ਕਰਦੇ। ਪਿਆਰੇ ਪ੍ਰਭੂ, ਉਸ ਪਿਆਰ ਦੇ ਨਾਲ ਤੂੰ ਸਾਨੂੰ ਆਪਣੇ ਰਹਿਮ ਦੇ ਨਾਲ ਸਾਨੂੰ ਭਰ। ਸਾਡੀਆਂ ਅੱਖਾਂ ਖੋਲ, ਕੰਨ ਖੋਲ, ਅੰਦਰ ਦੀਆਂ ਅੱਖਾਂ ਖੋਲ, ਅੰਦਰ ਦੇ ਕੰਨ ਖੋਲ,
ਸਾਨੂੰ ਮਹਿਸੂਸ ਕਰਨ ਦੀ ਸ਼ਕਤੀ ਦੇ ਪ੍ਰਭੂ ਜੀ, ਆਪਣੀ ਪ੍ਰੈਜ਼ੈਂਸ ਦੇ ਵਿੱਚ ਬੈਠਣ ਦਾ ਸਮਾਂ ਦੇ। ਅਸੀਂ ਤੇਰਾ ਸ਼ੁਕਰ ਕਰਦੇ ਹਾਂ ਤੇਰੇ ਪਵਿੱਤਰ ਵਚਨ ਦੇ ਲਈ, ਦਾਊਦ ਦੀ ਜ਼ਿੰਦਗੀ ਦੇ ਲਈ, ਜਿਸ ਤੋਂ ਪ੍ਰਭੂ ਜੀ ਅਸੀਂ ਤੇਰੇ ਵਚਨ ਦਾ ਮੀਂਹ ਦੇ ਵਿੱਚ ਦੀ ਗੁਜ਼ਰੇ ਹਾਂ। ਔਰ ਹਰ ਮੀਂਹ ਤੋਂ ਬਾਅਦ ਪ੍ਰਭੂ ਜੀ ਫਸਲ ਉਗਦੀ ਹੈ। ਹੁਣ ਸਾਡੀ ਜ਼ਿੰਦਗੀ ਦੇ ਵਿੱਚ ਫਸਲ ਉਗਾ, ਫਲ ਪੈਦਾ ਕਰ। ਜਿਸ ਦੀ ਬਰਕਤ ਅਸੀਂ ਤੈਨੂੰ ਦੇ ਸਕੀਏ। ਜਦ ਤੱਕ ਅਸੀਂ ਦੁਆਰਾ ਮਿਲੀਏ ਪ੍ਰਭੂ ਜੀ, ਤੇਰੀ ਹਜ਼ੂਰੀ ਸਾਡੇ ਸਭ ਦੇ ਨਾਲ ਬਣੀ ਰਹੇ, ਤੇਰਾ ਪਿਆਰ ਸਾਡੇ ਸਭ ਦੇ ਨਾਲ ਬਣਿਆ ਰਹੇ, ਤੇਰਾ ਆਰਾਮ, ਤੇਰੀ ਰਾਖੀ, तेरी बुद्ध, तेरी निगाहबानी, यसू दा साथ और आत्मा दी भरपूरी साडे सब दे नाल बनी रहे। मसीह यसू दे मिठे और प्यारे नाम च प्लस मंगलवार मिलांगे और मंगलवार तो असी प्रभु दे जो दुखां दे दिन और बरकत दे दिन, साडी बरकत दे दिन उन्हां नूं देखा। प्रभु दा रहम तुहाडे सब नाल